ਕਾਂਡ 54। ਬਿਲਾਵਲ ਮਹੱਲਾ ਪੰਜਵਾ। ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ। ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰਿ ਰਾਇਆ। ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ। ਅਨਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ। ਰਹਾਉ ਸਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ। ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲਭਾਇਆ। ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ। ਪਤਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ। ਮਤ ਭੂਲੋ ਹੋ ਮਾਨੁਖ ਜਨ ਮਾਇਆ ਪਰਮਾਇਆ। ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸੱਚ ਹੋਵੈ। ਸੰਤ ਜੀ ਮਹਾਰਾਜ ਦੇ ਅਮੋਲਕ ਬਚਨ। ਸੰਨ 1916 ਵਿੱਚ ਜਿਸ ਵੇਲੇ ਦਾਸ ਗੁਜਰਾਂ ਵਾਲੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਪ੍ਰਿੰਸੀਪਲ ਸੀ, ਕੁਝ ਨਾਮਧਾਰੀਏ ਸਾਧੂ ਦਾਸ ਦੀ ਕੁਟੀਆ ਵਿੱਚ ਆਏ। ਉਹਨਾਂ ਨੇ ਕੁਝ ਭਵਿੱਖਤ ਦੇ ਬਚਨ ਕੀਤੇ। ਉਸ ਵੇਲੇ ਨਾ ਹੀ ਮੇਰਾ ਅਨੁਭਵ ਖੁੱਲਿਆ ਸੀ, ਨਾ ਹੀ 100 ਸਾਖੀ ਪੜ੍ਹੀ ਸੀ। ਸ਼ਾਮ ਦੇ ਵੇਲੇ ਇਹ ਬਚਨ ਹੋਏ। ਦਾਸ ਦੇ ਚਿੱਤ ਵਿੱਚ ਇਹ ਫੁਰਨਾ ਹੋਇਆ ਕਿ ਸੰਤ ਜੀ ਮਹਾਰਾਜ ਆਵਨ, ਤਦ ਉਹਨਾਂ ਕੋਲੋਂ ਪੁੱਛਿਆ ਜਾਵੇ। ਰਾਤੀ ਇਹ ਫੁਰਨਾ ਹੋਇਆ ਕਿ ਸਵੇਰੇ ਇਹ ਖਬਰ ਆ ਗਈ ਕਿ ਸੰਤ ਜੀ ਮਹਾਰਾਜ ਵਜ਼ੀਰਾਬਾਦ ਆਏ ਹਨ। ਕਾਲਜ ਦੀ ਪੜ੍ਹਾਈ ਕਰਾਂ। ਸ਼ਾਮ ਵੇਲੇ ਦਾਸ ਵਜ਼ੀਰਾਬਾਦ ਪਹੁੰਚਿਆ। ਸੰਤ ਜੀ ਮਹਾਰਾਜ ਇਸ਼ਨਾਨ ਕਰ ਦੀਵਾਨ ਜਾਣ ਦੀ ਤਿਆਰੀ ਵਿੱਚ ਬੈਠੇ ਸਨ ਤੇ ਪਲੰਘ ਤੇ ਸਜੇ ਹੋਏ ਸਨ। ਦਾਸ ਤੇ ਮੇਰੇ ਨਾਲ ਦੇ ਸਾਥੀ ਮਥੁਰਾ ਦਾਸ ਜੀ ਨੇ ਨਮਸਕਾਰ ਕੀਤੀ ਤੇ ਹੇਠਾਂ ਦਰੀ ਤੇ ਬੈਠ ਗਏ। ਪਹਿਲਾਂ ਸੰਤ ਜੀ ਮਹਾਰਾਜ ਦੀ ਨਿਗਾਹ ਮਥੁਰਾ ਦਾਸ ਵੱਲ ਪਈ। ਉਸ ਨੂੰ ਆਖਿਆ ਕਿ ਅਸੀਂ ਅੰਮ੍ਰਿਤ ਛਕਣ ਵਾਸਤੇ ਕਿਸੇ ਨੂੰ ਨਹੀਂ ਪ੍ਰੇਰਨਾ ਕਰਦੇ। ਤੂੰ ਖਾਸ ਪ੍ਰੇਮੀ ਹੈ, ਅੰਮ੍ਰਿਤ ਛਕ ਲੈ। ਪਰ ਇਹ ਬਚਨ ਨਾ ਮੰਨ ਸਕਿਆ। ਪਿੱਛੋਂ 2 ਸਾਲ ਮਗਰੋਂ ਮਰਨ ਕਿਨਾਰੇ ਪਹੁੰਚਣ ਤੇ ਅੰਮ੍ਰਿਤ ਛਕ ਲਿਆ ਤੇ ਨਾਮ ਕੇਵਲ ਸਿੰਘ ਰੱਖਿਆ। ਫਿਰ ਮਹਾਰਾਜ ਜੀ ਨੇ ਦਾਸ ਨੂੰ ਹੁਕਮ ਕੀਤਾ ਕਿ 60 ਮਾਈ ਭਾਈ ਅੰਮ੍ਰਿਤ ਛਕਣ ਵਾਸਤੇ ਤਿਆਰ ਹਨ, ਤੁਸੀਂ ਅੰਮ੍ਰਿਤ ਛਕਾਵੋ। ਅਸੀਂ ਦੀਵਾਨ ਦੀ ਹਾਜ਼ਰੀ ਭਰਦੇ ਹਾਂ। ਦੂਜੇ ਦਿਨ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਆਪਣੇ ਆਪ ਗੁਜਰਾਂ ਵਾਲੇ ਆਉਣ ਦੀ ਤਿਆਰੀ ਕਰ ਲਈ। ਜਦ ਵਜ਼ੀਰਾਬਾਦ ਸਟੇਸ਼ਨ ਤੇ ਇੱਕ ਸੈਂਕੜ ਕਲਾਸ ਵਿੱਚ ਚੜ੍ਹੇ ਤਾਂ ਉੱਥੇ ਗੜਵਾ ਫੜ ਦਾਸ ਸੰਤ ਜੀ ਮਹਾਰਾਜ ਨਾਲ ਬੈਠ ਗਿਆ। ਗੱਡੀ ਤੁਰਨ ਤੋਂ 10 ਮਿੰਟ ਪਿੱਛੋਂ ਦਾਸ ਨੇ ਆਪਣੀ ਬੇਨਤੀ ਕੀਤੀ। ਇਹ ਸੁਣ ਸੰਤ ਜੀ ਮਹਾਰਾਜ ਥੋੜਾ ਜਿਹਾ ਚਿਰ ਅੰਤਰ ਧਿਆਨ ਹੋ ਫੇਰ ਫਰਮਾਇਆ, ਤੇਜਾ ਸਿੰਘ ਜੀ, ਸਤਿਗੁਰੂ ਕਲਗੀਆਂ ਵਾਲੇ ਨੇ 100 ਸਾਖੀ ਵਿੱਚ ਸਾਡਾ ਹੀ ਨਾਮ ਲਿਖਿਆ ਹੈ। ਅਸੀਂ ਅੰਗਰੇਜ਼ ਦੇ ਕੱਢਣ ਵਾਸਤੇ ਆਏ ਹਾਂ, ਭਾਵੇਂ ਜੰਗ ਕਰਕੇ ਭਾਵੇਂ ਬਚਨ ਕਰਕੇ। ਫੇਰ ਇੱਕ ਸਮੇਂ ਫਰਮਾਇਆ ਕਿ 100 ਸਾਖੀ ਦੇ ਸਾਰੇ ਹੀ ਬਚਨ ਪੂਰੇ ਹੋਣਗੇ। ਪਿਛਲੇ ਹੋ ਚੁੱਕੇ ਹਨ, ਅਗਲੇ ਹੋਣਗੇ। ਦਾਸ ਦਾ ਸੁਭਾਅ ਸੀ ਕਿ ਇਕਾਂਤ ਵਿੱਚ ਜਾ ਕੇ ਸੰਤਾਂ ਦੇ ਚਰਨਾਂ ਵਿੱਚ ਜਾ ਕੇ ਬੈਠ ਜਾਂਦਾ ਅਤੇ ਬੱਚਿਆਂ ਵਾਂਗ ਪ੍ਰਸ਼ਨ ਪੁੱਛਦਾ। ਸੰਨ 1923 ਚ ਸੰਤ ਜੀ ਮਹਾਰਾਜ ਕੰਜਲੇ ਬਾਹਰ ਖੇਤਾਂ ਵਿੱਚ ਇੱਕ ਛੋਟੀ ਜਿਹੀ ਕੋਠੀ ਵਿੱਚ ਨਿਵਾਸ ਰੱਖਦੇ ਸਨ।
ਦਾਸ ਜ਼ਰੂਰ ਸ਼ਾਮ ਨੂੰ ਦਰਸ਼ਨ ਕਰਨ ਜਾਂਦਾ। ਇੱਕ ਦਿਨ ਦਾਸ ਨੇ ਸੰਤ ਜੀ ਮਹਾਰਾਜ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ, ਹਿੰਦੁਸਤਾਨ ਕਦ ਸੁਖੀ ਹੋਵੇਗਾ? ਮਹਾਰਾਜ ਜੀ ਨੇ ਫਰਮਾਇਆ, ਤੇਜਾ ਸਿੰਘ ਜੀ, ਜਿਸ ਵੇਲੇ ਕਮਾਈ ਤਾਂ ਸਾਰੇ ਆਪਣੀ ਆਪਣੀ ਕਰਨ, ਪਰ ਹਰ ਇੱਕ ਨਗਰ ਤੇ ਸ਼ਹਿਰ ਵਿੱਚ ਲੰਗਰ ਇਕੱਠਾ ਹੋਵੇ, ਵਿਆਹ ਸ਼ਾਦੀ ਗਾਮੀ ਉੱਥੇ ਹੀ ਹੋਵੇ। ਫਿਰ ਦੂਜੀ ਵਾਰੀ 4-5 ਦਿਨਾਂ ਪਿੱਛੋਂ ਪੁੱਛਿਆ ਕਿ ਹਿੰਦੁਸਤਾਨ ਕਦੋਂ ਸੁਖੀ ਹੋਵੇਗਾ? ਤਦ ਮਹਾਰਾਜ ਜੀ ਕਿਸੇ ਹੋਰ ਰੰਗ ਵਿੱਚ ਹੱਸ ਬੋਲੇ, ਜਦ ਸਾਰੇ ਉਸਤਰੇ ਮੋਚਨੇ ਆਦਿ ਲੱਦ ਕੇ ਕਰਾਚੀ ਸਮੁੰਦਰ ਵਿੱਚ ਸੁੱਟ ਆਉਣਗੇ, ਜੰਮਦਾ ਸਾਰਾ ਹੀ ਖਾਲਸਾ ਹੈ। ਕਿਸੇ ਦੀ ਸੁੰਨਤ ਕਰ ਤੇ ਕਿਸੇ ਦੀ ਬੋਦੀ ਰੱਖ ਮਜ਼ਹਬ ਬਣ ਜਾਂਦਾ ਹੈ। ਇੱਕ ਦਿਨ ਦਾਸ ਨੂੰ ਇਕਾਂਤ ਵਿੱਚ ਇਹ ਸਮਝਾਉਂਦਿਆਂ ਕਿ ਖਾਲਸੇ ਦੇ ਜਥੇਦਾਰ ਵਿੱਚ 3 ਗੁਣ ਹੋਣੇ ਚਾਹੀਦੇ ਹਨ: ਬੀਰਤਾ, ਧੀਰਤਾ ਅਤੇ ਗੰਭੀਰਤਾ। ਸੂਰਬੀਰਤਾ ਵੀ ਪੂਰੀ ਹੋਵੇ, ਗੱਲ ਮੂੰਹੋਂ ਉਹ ਕੱਢੇ ਜਿਹੜੀ ਕਰਕੇ ਦਿਖਾ ਦੇਣੀ ਹੋਵੇ, ਨਹੀਂ ਤੇ ਚੁੱਪ ਰਹੇ। ਧੀਰਜ ਧਰਤੀ ਵਾਂਗ ਹੋਵੇ, ਧਰਤੀ ਨੂੰ ਭਾਵੇਂ ਕੋਈ ਪੁੱਟੇ, ਭਾਵੇਂ ਚੰਦਨ ਲੇਪ ਕਰੇ, ਇੱਕ ਰਸ ਰਹਿੰਦੀ ਹੈ। ਗੰਭੀਰਤਾ, ਉਸ ਦੇ ਮਨ ਦਾ ਪੂਰਾ ਭੇਦ ਕਿਸੇ ਨੂੰ ਨਾ ਪਤਾ ਹੋਵੇ, ਜਿੰਨਾ ਕੋਈ ਅਧਿਕਾਰੀ ਹੋਵੇ ਓਨਾ ਹੀ ਉਸ ਨੂੰ ਦੱਸੇ। ਇਸ ਦੀ ਪ੍ਰਥਾਏ ਇੱਕ ਮੇਰੇ ਨਿਰਮਲੇ ਮਿੱਤਰ ਸਾਧੂ ਸਿੰਘ ਨੇ ਆਖਿਆ ਕਿ ਬਾਹਰ ਚੁੱਲ੍ਹੇ ਦੀ ਅੱਗ ਸਾਲਾਂ ਬੱਧੀ ਪੱਕਦੀ ਹੈ, ਪਰ ਚੁੱਲ੍ਹੇ ਦਾ ਵੱਟਾ ਨਹੀਂ ਪਕਾ ਸਕਦੀ। ਪਰ ਭੱਠ ਦੀ ਅੱਗ ਗੁਪਤ ਹੁੰਦੀ ਹੈ, ਲੱਖਾਂ ਕਰੋੜਾਂ ਇੱਟਾਂ ਪਕਾ ਦਿੰਦੀ ਹੈ। ਸੰਤ ਜੀ ਮਹਾਰਾਜ ਇਹਨਾਂ 3 ਗੁਣਾਂ ਵਿੱਚ ਨਿਪੁੰਨ ਸਨ। ਬੀਰਤਾ ਤੇ ਗੰਭੀਰਤਾ ਦੀ ਮਿਸਾਲ ਸੰਨ 1919 ਵਿੱਚ ਦਾਸ ਨੇ ਦੇਖੀ। ਦੇਹਰਾਦੂਨ ਸੰਤ ਜੀ ਅਕਾਲ ਕਾਲਜ ਦੇ ਗੁਰਮਤੇ ਲਈ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਮਿਲਣ ਗਏ ਸੀ। ਦਾਸ ਨੇ ਵੀ ਉੱਥੇ ਪਹੁੰਚਣਾ ਸੀ। ਗੁਰਮਤੇ ਮਗਰੋਂ ਇੱਕ ਦਿਨ ਸੰਤ ਜੀ ਮਹਾਰਾਜ ਦਾਸ ਨੂੰ ਮੋਟਰ ਚਾੜ ਦੇਹਰਾਦੂਨ ਦੇ ਉਸ ਜੰਗਲ ਵਿੱਚ ਲੈ ਗਏ ਜਿੱਥੇ ਪ੍ਰੇਮੀ ਸ਼ੇਰਾਂ ਦਾ ਸ਼ਿਕਾਰ ਖੇਡਣ ਜਾਂਦੇ। ਮੋਟਰ ਤੋਂ ਉਤਰ ਦਾਸ ਨੂੰ ਇਕਾਂਤ ਤੇ ਖੁੱਲੀ ਜਿਹੀ ਜਗ੍ਹਾ ਲੈ ਗਏ ਅਤੇ ਫਰਮਾਇਆ ਕਿ ਸਾਡੇ ਪਾਸ ਰਾਜਾ ਮਹਿੰਦਰ ਪ੍ਰਤਾਪ ਅਤੇ ਅਮਾਨ ਉੱਲਾ ਨੇ ਕਾਬਲ ਤੋਂ ਆਪਣਾ ਖਾਸ ਏਲਚੀ ਭੇਜਿਆ ਹੈ ਅਤੇ ਸਾਨੂੰ ਪੁੱਛਿਆ ਸੀ ਕਿ ਜੇ ਅਸੀਂ ਹਿੰਦੁਸਤਾਨ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਬਾਹਰੋਂ ਹੱਲਾ ਕਰੀਏ, ਤੁਸੀਂ ਅੰਦਰੋਂ ਉੱਠੋਗੇ? ਅਸਾਂ ਆਖਿਆ, ਹਾਂ। ਇਹ ਪੈਗਾਮ ਤੁਹਾਡੇ ਵਾਸਤੇ ਵੀ ਸੀ, ਪਰ ਅਸਾਂ ਕਿਹਾ ਕਿ ਤੇਜਾ ਸਿੰਘ ਨੇ ਸਾਡੇ ਪਾਸ ਆਉਣਾ ਹੈ, ਅਸੀਂ ਸਮਝਾ ਦਿਆਂਗੇ। ਫੇਰ ਸੰਨ 1923 ਵਿੱਚ ਜਦ ਖਾਲਸਾ ਜੀ ਨੇ ਗੁਰੂ ਦੇ ਬਾਗ ਦਾ ਮੋਰਚਾ ਲਾਇਆ, ਦਾਸ ਕਾਂਝਲੇ ਗਿਆ ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੈਂ ਮੋਰਚੇ ਵਿੱਚ ਜਾਵਾਂ। ਮਹਾਰਾਜ ਨੇ ਫਰਮਾਇਆ ਕਿ ਤੁਸੀਂ ਗੁਰੂ ਕੇ ਕੈਦੀ ਹੋ, ਆਪਣੀ ਸੇਵਾ ਕਰੀ ਜਾਵੋ। ਪਰ ਇਹ ਕਿੱਥੇ ਲਿਖਿਆ ਹੈ ਕਿ ਖਾਲਸੇ ਦੇ ਗਾਤਰੇ ਕਿਰਪਾਨ ਹੋਵੇ ਤੇ ਬੀਟੀ ਜੈਸਾ ਅੰਗਰੇਜ਼ ਅਫਸਰ ਕੇਸਾਂ ਤੇ ਪੈਰ ਧਰੇ ਤੇ ਪੁੱਛੇ ਕਿ ਤੁਹਾਡਾ ਗੁਰੂ ਕਿੱਥੇ ਹੈ? ਹੁਕਮ ਹੈ, ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਸੀਸ ਪੇਟ ਕਰੇ ਕਿਰਪਾਨ। ਇਸ ਵਕਤ ਖਾਲਸਾ ਜਥੇਬੰਦ ਹੈ। ਜੇ ਤਲਵਾਰ ਫੜੇ ਤਾਂ ਅਸੀਂ ਸਭ ਤੋਂ ਅੱਗੇ ਲੱਗਣ ਵਾਸਤੇ ਤਿਆਰ ਹਾਂ। ਸੰਨ 1926 ਵਿੱਚ ਦਾਸ ਚਰਨਾਂ ਵਿੱਚ ਬੈਠਾ ਸੀ। ਇਕਾਂਤ ਵਿੱਚ ਫਰਮਾਇਆ ਕਿ ਜਦੋਂ ਅੰਗਰੇਜ਼ ਜਾਣਗੇ, ਦੇਸ਼ ਨੂੰ ਉਜਾੜ ਕੇ ਜਾਣਗੇ। ਫਿਰ 2-4 ਦਿਨਾਂ ਮਗਰੋਂ ਫਰਮਾਇਆ, ਆਖਾ ਜੀਵਾ ਵਿਸਰੈ ਮਰ ਜਾਓ। ਦੀ ਤਕੜੀ ਨਾਲ ਹਿੰਦੂ ਕੌਮ ਮੁਰਦਾ ਹੋ ਗਈ ਹੈ। ਮੁਸਲਮਾਨਾਂ ਵਿੱਚ ਇਬਾਦਤ ਹੈ। ਜਦੋਂ ਅਸੀਂ ਹਰੀਪੁਰ ਹਜ਼ਾਰੇ ਤਪ ਕਰਦੇ, ਇਹ ਵੀ ਇਬਾਦਤ ਕਰਦੇ। ਇਹਨਾਂ ਦਾ ਪ੍ਰਤਾਪ ਬਹੁਤ ਵਧੇਗਾ, ਜ਼ੁਲਮ ਬਹੁਤ ਕਰਨਗੇ, ਤਾਕਤ ਖਿੱਚੀ ਜਾਵੇਗੀ। ਸਿੱਖਾਂ ਵਿੱਚ ਜਿੰਨੀ ਬੰਦਗੀ ਚਾਹੀਦੀ ਹੈ ਨਹੀਂ ਹੈ। ਸੰਨ 1927 ਵਿੱਚ ਸੰਤ ਜੀ ਜੋਤੀ ਜੋਤ ਸਮਾਏ ਤੇ ਉਦੋਂ ਤੱਕ ਜੰਗ ਦਾ ਕੋਈ ਸਮਾਂ ਨਾ ਬਣਿਆ, ਕਿਉਂਕਿ ਸੰਤ ਜੀ ਮਹਾਰਾਜ ਦੇ ਜੰਗ ਦੀ ਜੁਗਤ ਵਿੱਚ ਇਹ ਗੱਲ ਸ਼ਾਮਲ ਸੀ ਕਿ ਜਦੋਂ ਬਾਹਰੋਂ ਹੱਲਾ ਹੋਵੇ ਉਦੋਂ ਅੰਦਰੋਂ ਉੱਠਿਆ ਜਾਏ। ਤਦ ਸੰਨ 1926 ਵਿੱਚ ਸੰਤ ਜੀ ਮਹਾਰਾਜ ਨੂੰ ਆਪਣੀ ਪੂਰੀ ਸੱਤਿਆ ਲਾ ਕੇ ਇਹ ਬਚਨ ਕੱਢਣਾ ਪਿਆ, ਸਾਰਗ ਮਹੱਲਾ ਪੰਜਵਾ।
ਮਾਈ ਸਤ 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 ਹਰ ਸਤ 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 ਸਾਦਾ। ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਂਠਰੀ ਬਾਧਾ ਰਹਾਉ। ਨਿਸ ਬਾਸੁਰ ਨਖੇਤਰ ਬਿਨਾਸੀ, ਰਵ ਸਸੀਅਰ ਬੇਨਾਦਾ। ਗਿਰ ਬਸਦਾ ਜਲ ਪਵਨ ਜਾਏਗੋ, ਇਕ ਸਾਧ ਬਚਨ ਅਟਲਾਦਾ। ਅੰਡ ਬਿਨਾਸੀ ਜੇਰ ਬਿਨਾਸੀ, ਉਤ ਭੁਜ ਸੇਤ ਬਿਨਾਦਾ। ਚਾਰ ਬਿਨਾਸੀ ਖਟ ਹੈ ਬਿਨਾਸੀ, ਇਕ ਸਾਧ ਬਚਨ ਨਿਹਚ ਲਾਦਾ। ਰਾਜ ਬਿਨਾਸੀ ਤਾਮ ਬਿਨਾਸੀ, ਸਾਕਤ ਭੀ ਬੇਨਾਦਾ। ਦ੍ਰਿਸ਼ਟ ਮਾਨ ਹੈ ਸਗਲ ਬਿਨਾਸੀ, ਇਕ ਸਾਧ ਬਚਨ ਆਗਾਦਾ। ਆਪੇ ਆਪ ਆਪ ਹੀ ਆਪੇ, ਸਭ ਆਪਨ ਖੇਲ ਦਿਖਾਦਾ। ਪਾਇਓ ਨਾ ਜਾਈ ਕਹੀ ਭਾਤਰੇ, ਪ੍ਰਭ ਨਾਨਕ ਗੁਰ ਮਿਲ ਲਾਦਾ। ਡੱਲ ਦੇ ਕਿਨਾਰੇ ਇੱਕ ਕਰੀਨ ਆਉਣ ਤੇ ਬੇਨਤੀ ਕਰਨ ਤੇ ਸੰਤ ਜੀ ਮਹਾਰਾਜ ਨੇ ਸੱਜੇ ਪਾਸੇ ਮੁਖ ਮੋੜਿਆ। ਤਦ ਮੋਤੀਏ ਨਾਲ ਇੱਕ ਨੇਤਰ ਬੰਦ ਹੋਣ ਕਰਕੇ ਇੱਕ ਕਾਂਡ 55 ਸੋਰਠ ਮਹੱਲਾ ਪੰਜਵਾ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ। ਇਹੋ ਮਨ ਤੇਰਾ ਭਾਈ ਰਹਾਉ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ। ਸੰਤਨ ਸਿਉ ਹਮ ਲਾਹ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਕਾ ਪੂੰਜੀ ਸੌਪੀ, ਤਉ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਸੰਤ ਬਾਬਾ ਸੁੱਚਾ ਸਿੰਘ ਜੀ ਦੀ ਜ਼ਬਾਨੀ 94ਵੀਆਂ ਸਾਖੀਆਂ। ਇਹ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਜੀਵਨ ਕਥਾ ਦੀਆਂ 94ਵੀਆਂ ਸਾਖੀਆਂ ਉਹਨਾਂ ਦੇ ਅਨੰਨ ਸੇਵਕ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਆਪ ਲਿਖਵਾਈਆਂ ਹਨ। ਦਾਸ ਦਾ ਜਨਮ ਪਿੰਡ ਲੋਹਟਵੱਦੀ, ਜ਼ਿਲ੍ਹਾ ਸੰਗਰੂਰ, ਪਿਤਾ ਭਾਈ ਕਾਲਾ ਸਿੰਘ ਅਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ। ਮੈਂ ਛੋਟੀ ਉਮਰੇ ਸੰਤ ਬਾਬਾ ਧਿਆਨ ਸਿੰਘ ਨਿਰਮਲੇ ਸਾਧੂ ਲੋਹਟਵੱਦੀ, ਜਿਨ੍ਹਾਂ ਨੇ 125 ਸਾਲ ਲੰਮੀ ਆਯੂ ਭੋਗੀ, ਉਹਨਾਂ ਕੋਲੋਂ ਪੰਜਾਬੀ ਸਿੱਖੀ ਅਤੇ ਅਖੰਡ ਪਾਠੀ ਬਣਿਆ। ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ 7 ਸਾਲ ਦੀ ਉਮਰੇ ਹੋਏ ਅਤੇ ਉਹਨਾਂ ਵੱਲ ਹੀ ਖਿੱਚੇ ਗਏ।
ਬਾਅਦ ਵਿੱਚ ਇੱਕ ਵੇਰਾ ਗੁਰੂ ਕੀ ਕਾਂਛੀ ਸੰਤ ਜੀ ਮਹਾਰਾਜ ਆਪ ਇੱਕ ਕਮਰੇ ਵਿੱਚ ਬੈਠੇ ਸਨ। ਜਿੱਥੇ ਅੱਜ ਕੱਲ ਲਾਇਬ੍ਰੇਰੀ ਹੈ, ਤਾਂ ਅਨੇਕ ਸੰਗਤਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਮੈਨੂੰ ਵੀ ਚਾਅ ਆ ਗਿਆ ਤੇ ਬੇਨਤੀ ਕੀਤੀ, ਮੇਰੇ ਉੱਤੇ ਵੀ ਕਿਰਪਾ ਕਰੋ ਅਤੇ ਨਾਮ ਬਖਸ਼ੋ। ਮਹਾਰਾਜ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕੀਤੀ। ਮਸਤੂਆਣਾ ਕਾਲਜ ਦੀ ਨੀਂਹ ਪੱਥਰ ਤੇ ਸੇਵਾ। ਸੰਤ ਮਹਾਰਾਜ ਜੀ ਸਭ ਤੋਂ ਪਹਿਲਾਂ ਮਸਤੂਆਣੇ ਦੇ ਕੋਲ ਕਾਂਝਲਾ ਪਿੰਡ ਆਏ। ਸੰਤ ਬਿਸ਼ਨ ਸਿੰਘ ਜੀ ਅਤੇ ਸੰਤ ਗੁਲਾਬ ਸਿੰਘ ਜੀ ਨੇ ਇਹ ਥਾਂ ਮਸਤੂਆਣੇ ਉਹਨਾਂ ਨੂੰ ਦਿਖਾਇਆ। ਮਹਾਰਾਜ ਜੀ ਨੇ ਇੱਥੇ ਹੀ ਜੰਗਲ ਵਿੱਚ ਡੇਰੇ ਲਾਏ ਅਤੇ ਗੁਰਬਾਣੀ ਦਾ ਮਨੋਹਰ ਕੀਰਤਨ ਆਰੰਭ ਕਰ ਦਿੱਤਾ। ਪਿੰਡਾਂ ਦੀਆਂ ਸੰਗਤਾਂ ਨੇ ਇਸ ਤਰ੍ਹਾਂ ਇਸ ਆਵਾਜ਼ ਨੂੰ ਸੁਣਿਆ ਜਿਵੇਂ ਭੌਰੇ ਵਾਸ਼ਨਾ ਤੇ ਖਿੱਚੇ ਆਉਂਦੇ ਹਨ। ਸੰਗਤਾਂ ਨੇ ਹੁਮ ਹੁਮਾ ਕੇ ਦਰਸ਼ਨ ਕੀਤੇ। ਰਾਵਲਪਿੰਡੀ ਅਤੇ ਅੰਮ੍ਰਿਤਸਰ ਦੀਆਂ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਇੱਥੇ ਜੰਗਲ ਵਿੱਚ ਡੇਰੇ ਕਿਉਂ ਲਾਏ? ਇੱਥੇ ਨਾ ਕੋਈ ਪਿੰਡ ਹੈ ਨਾ ਸ਼ਹਿਰ। ਸੰਤ ਜੀ ਨੇ ਉੱਤਰ ਦਿੱਤਾ, ਸਾਨੂੰ ਨਿਰੰਕਾਰ ਨੇ ਇਸ ਇਲਾਕੇ ਨੂੰ ਸਵਾਰਨ ਲਈ ਭੇਜਿਆ ਹੈ। ਅਕਾਲ ਪੁਰਖ ਦਾ ਸੁਨੇਹਾ ਗੁਰਬਾਣੀ ਦੁਆਰਾ ਦੇਣਾ ਹੈ। ਇਸ ਇਲਾਕੇ ਵਾਸਤੇ ਗੁਰਦੁਆਰੇ ਦੀ ਰਚਨਾ ਤੋਂ ਇਲਾਵਾ ਕਾਲਜ ਬਣਾਉਣਾ ਹੈ। ਬਡਰੁੱਖੇ ਪਿੰਡ ਦੇ ਸਰਦਾਰ ਕੋਲੋਂ 15,000 ਰੁਪਏ ਨਾਲ ਜੰਗਲ ਖਰੀਦ ਕੇ ਮਹਾਰਾਜ ਜੀ ਨੇ ਇੱਟਾਂ ਵਾਸਤੇ ਭੱਠੇ ਲਵਾਏ। ਕਾਲਜ ਦੀ ਨੀਂਹ ਰੱਖੀ ਗਈ। ਮਹਾਰਾਜ ਜੀ ਦੀ ਮਾਤਾ ਜੀ ਦਾ ਕਮਰਾ ਨੀਂਹ ਸਾਹਮਣੇ ਪੈਂਦਾ ਸੀ, ਜਿਸ ਨੂੰ ਢਾਹੁਣ ਦੀ ਆਗਿਆ ਹੋ ਗਈ। ਨੀਹਾਂ ਭਰਨ ਸਮੇਂ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਰਹੇ। ਸੰਗਤਾਂ ਅਤੇ ਮਿਸਤਰੀਆਂ ਦਾ ਹੌਸਲਾ ਵਧਾਉਂਦੇ ਰਹੇ ਅਤੇ ਕਾਲਜ ਬਣਨਾ ਸ਼ੁਰੂ ਹੋ ਗਿਆ। ਜਦੋਂ ਕਾਲਜ ਤਿਆਰ ਹੋਇਆ ਤਾਂ ਕੋਲ ਖੜੇ ਇੱਕ ਸਹਿਜਧਾਰੀ ਸੇਵਕ ਸਾਂਝੀ ਰਾਮ ਨੂੰ ਪੁੱਛਣ ਲੱਗੇ ਕਿ ਉਸ ਦੇ ਖਿਆਲ ਵਿੱਚ ਕਾਲਜ ਚਲਾਉਣ ਲਈ ਕਿਹੜੀਆਂ-ਕਿਹੜੀਆਂ ਸਹੂਲਤਾਂ ਦੀ ਲੋੜ ਹੈ। ਸੇਵਕ ਨੇ ਕਿਹਾ ਕਿ ਮਹਾਰਾਜ ਜੀ, ਕਾਲਜ ਲਈ ਜ਼ਮੀਨ ਦੀ ਮੁਰੱਬੇਬੰਦੀ ਜ਼ਰੂਰੀ ਹੈ, ਬਿਜਲੀ ਅਤੇ ਸੜਕ ਵੀ ਚਾਹੀਦੀ ਹੈ। ਅੱਛਾ ਭਾਈ, ਇਹ ਤਿੰਨੇ ਪੂਰੀਆਂ ਹੋਣਗੀਆਂ। ਸੰਤ ਜੀ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਦਾ ਇਹ ਬਚਨ ਪੂਰਾ ਹੋਇਆ। ਜਦੋਂ ਕਾਲਜ ਤਿਆਰ ਹੋਇਆ ਤਾਂ ਉਦਘਾਟਨ ਸਮੇਂ ਭਾਈ ਮਲਕ ਮੋਹਨ ਸਿੰਘ ਰਾਵਲਪਿੰਡੀ ਅਤੇ ਭਾਈ ਸਾਹਿਬ ਬਾਗੜੀਆਂ, ਹੋਰ ਪਤਵੰਤਿਆਂ ਤੇ ਸਰਕਾਰ ਨਾਭਾ ਅਤੇ ਸੰਗਰੂਰ ਦਾ ਇਕੱਠ ਹੋਇਆ ਤੇ ਬੇਨਤੀ ਕੀਤੀ ਗਈ ਕਿ ਹਜ਼ੂਰ, ਇਸ ਕਾਲਜ ਤੇ ਆਪ ਜੀ ਦਾ ਨਾਮ ਅਤੇ ਸਮਾਂ ਲਿਖਿਆ ਜਾਵੇ। ਮਹਾਰਾਜ ਨੇ ਇਹਨਾਂ ਨੂੰ ਸਾਹਮਣੇ ਬੁਲਾ ਕੇ ਕਿਹਾ, ਅਸੀਂ ਸੰਸਾਰ ਤੇ ਆਪਣਾ ਨਾਮ ਨਹੀਂ ਲਿਖਾਉਣ ਆਏ। ਇੱਥੇ ਉਹਨਾਂ ਯੋਧਿਆਂ ਦਾ ਨਾਮ ਲਿਖਿਆ ਜਾਵੇਗਾ ਜਿਨ੍ਹਾਂ ਛੋਟੀਆਂ ਉਮਰਾਂ ਵਿੱਚ ਸਾਹਿਬ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੀ ਪਾਲਣਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਹਨ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ। ਉਸ ਸਮੇਂ ਦੀ ਲਿਖੀ ਹੋਈ ਪੱਥਰ ਦੀ ਸਿਲਾ ਅੱਜ ਤੱਕ ਕਾਲਜ ਤੇ ਪੜ੍ਹੀ ਜਾ ਸਕਦੀ ਹੈ। ਮਸਤੂਆਣੇ ਵਿਖੇ ਲੋਹੜੀ ਤੇ ਨਿਮਾਣੀ ਦੇ ਜੋੜ ਮੇਲੇ ਹੁੰਦੇ ਸੀ। ਨਿਮਾਣੀ ਦੇ ਜੋੜ ਮੇਲੇ ਸਮੇਂ ਦਾਸ ਨਾਲ ਮਹਾਰਾਜ ਜੀ ਪਿੰਡ ਬਾਲੇਵਾਲ ਤੋਂ ਇੱਥੇ ਆਏ। ਪ੍ਰਬੰਧਕਾਂ ਨੇ ਬੜੇ ਚਾਅ ਨਾਲ ਮਹਾਰਾਜ ਜੀ ਦੇ ਬੈਠਣ ਵਾਸਤੇ ਹਾਲ ਕਮਰੇ ਵਿੱਚ ਇੱਕ ਗੱਦੀ ਬਣਾਈ ਅਤੇ ਬੇਨਤੀ ਕੀਤੀ ਕਿ ਆਪ ਜੀ ਨੇ ਕਾਲਜ ਬਣਾ ਕੇ ਪਰਉਪਕਾਰ ਕੀਤਾ ਹੈ, ਗੱਦੀ ਤੇ ਸੱਜ ਕੇ ਫੋਟੋ ਲੈਣ ਦੀ ਆਗਿਆ ਦਿਓ। ਸੰਤ ਜੀ ਬੈਠੇ ਨਹੀਂ, ਖੜੇ ਰਹੇ ਅਤੇ ਬਚਨ ਕੀਤਾ, ਭਾਈ ਸਾਨੂੰ ਬੈਠਣ ਦਾ ਹੁਕਮ ਨਹੀਂ, ਇੱਥੇ ਬੈਠਣ ਵਾਲਾ ਹੋਰ ਆਏਗਾ, ਉਹ ਵਾਗਡੋਰ ਸੰਭਾਲੇਗਾ। ਫਿਰ ਮਹਾਰਾਜ ਜੀ ਨੇ ਗੁਜਰਾਂਵਾਲੇ ਵਾਲੇ ਸੰਤ ਤੇਜਾ ਸਿੰਘ ਜੀ ਨੂੰ ਇਸ ਕਾਲਜ ਦੀ ਵਾਗਡੋਰ ਸੰਭਾਲੀ। ਲੰਗਰ ਤੇ ਜੋੜ ਮੇਲੇ। ਸੰਤ ਜੀ ਮਹਾਰਾਜ ਇੱਕ ਦਿਨ ਸੰਤ ਤੇਜਾ ਸਿੰਘ ਜੀ ਨੂੰ ਕਹਿਣ ਲੱਗੇ, ਭਾਈ ਇੱਕ ਵੱਡੀ ਦੇਗ ਬਣਾਈ ਹੈ। ਸੰਤ ਤੇਜਾ ਸਿੰਘ ਜੀ ਨੇ ਤਿਆਰ ਕਰਾ ਦਿੱਤੀ। ਸੰਗਤ ਨੇ ਪੁੱਛਿਆ ਕਿ ਮਹਾਰਾਜ ਇੰਨੀ ਵੱਡੀ ਦੇਗ ਨੂੰ ਕੌਣ ਮਾਂਜੇਗਾ, ਚੁੱਕੇਗਾ ਤੇ ਧਰੇਗਾ? ਤਾਂ ਸੰਤ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਜਦੋਂ ਕਿ ਸੰਗਤਾਂ ਦੇ ਇਕੱਠ ਹੋਏਗਾ ਇਸ ਦੀ ਲੋੜ ਪਏਗੀ। ਇਸ ਦੇਗ ਵਿੱਚ ਅੱਜ ਕੱਲ ਜੋੜ ਮੇਲੇ ਤੇ ਮਿੱਠੇ ਚਾਵਲ ਬਣਦੇ ਹਨ।
ਇਸ ਦੇਗ ਵਿੱਚ 8 ਮਣ ਚਾਵਲ, 2 ਬੋਰੀਆਂ ਖੰਡ, 2 ਪੀਪੇ ਘਿਓ ਅਤੇ 70 ਪੀਪੇ ਪਾਣੀ ਦੇ ਸਮਾ ਸਕਦੇ ਹਨ। ਐਸੀਆਂ 2 ਦੇਗਾਂ ਦੇ ਦਰਸ਼ਨ ਲੰਗਰਾਂ ਵਿੱਚ ਇੱਕ ਮਸਤੂਆਣੇ ਅਤੇ ਦੂਜੀ ਗੁਰੂ ਕੀ ਕਾਂਸੀ ਵਿਖੇ ਕੀਤੇ ਜਾ ਸਕਦੇ ਹਨ। ਇੱਕ ਦਿਨ ਅੰਮ੍ਰਿਤਸਰ ਤੋਂ ਬੜੇ ਵਿਦਵਾਨ ਗਿਆਨੀ ਠਾਕੁਰ ਸਿੰਘ ਜੀ ਸੰਗਤਾਂ ਨੂੰ ਨਾਲ ਲੈ ਕੇ ਦਰਸ਼ਨਾਂ ਲਈ ਆਏ ਅਤੇ ਬੇਨਤੀ ਕੀਤੀ ਕਿ ਮਹਾਰਾਜ, ਇਹੋ ਜਿਹਾ ਕਾਲਜ ਅਤੇ ਐਸਾ ਦਰਬਾਰ ਕਿਸੇ ਸ਼ਹਿਰ ਵਿੱਚ ਰਚਦੇ ਤਾਂ ਕਿੰਨੀਆਂ ਸੰਗਤਾਂ ਨੂੰ ਲਾਭ ਪੁੱਜਦਾ। ਹਜੂਰ ਦੇ ਮੋਲਕ ਬਚਨ ਤੇ ਕੀਰਤਨ ਸਰਵਣ ਕਰਨ ਲਈ ਲੱਖਾਂ ਸੰਗਤਾਂ ਇਕੱਠੀਆਂ ਹੁੰਦੀਆਂ ਇੱਥੇ ਜੰਗਲ ਬੇਲੇ ਵਿੱਚ ਬੈਠ ਗਏ ਹੋ। ਮਹਾਰਾਜ ਜੀ ਨੇ ਉੱਤਰ ਦਿੱਤਾ, ਤੁਸੀਂ 100 ਸਾਖੀ ਨਹੀਂ ਪੜ੍ਹੀ? ਉੱਥੇ ਲਿਖਿਆ ਹੈ, 90 ਪੱਕੇ ਜੀਂਦ ਵਰਤੇ। ਜਿੱਥੇ ਆਪਾਂ ਹੁਣ ਬੈਠੇ ਹਾਂ ਇਹ 2 ਰਿਆਸਤਾਂ ਨਾਭੇ ਅਤੇ ਜੀਂਦ ਦੀ ਹੱਦਬੰਦੀ ਹੈ। ਇਹ ਜੀਂਦ ਹੈ ਜਿੱਥੇ ਆਪਾਂ ਲੰਗਰ ਛਕਦੇ ਹਾਂ। ਅੱਜ ਕੱਲ ਇਹ ਲੰਗਰ ਜੋੜ ਮੇਲੇ ਨੂੰ ਬਡਰੁੱਖਾਂ ਪਿੰਡ ਦੀ ਸੰਗਤ ਰਸਦ ਪਾਣੀ ਇਕੱਠਾ ਕਰਕੇ 18-19 ਮਾਘ ਨੂੰ ਚਲਾਉਂਦੀ ਹੈ, ਜੋ ਨਾਭੇ ਵਿੱਚ ਹੈ। ਸੰਗਤ ਨੇ ਧੰਨ ਧੰਨ ਕਹਿ ਕੇ ਨਮਸਕਾਰ ਕੀਤੀ। ਇੱਕ ਦਿਨ ਜੋੜ ਮੇਲੇ ਦੇ ਅਵਸਰ ਤੇ ਬਡਰੁੱਖਾਂ ਪਿੰਡ ਤੋਂ ਲੰਗਰ ਚਲਾਉਣ ਦੀ ਸੇਵਾ ਨਾ ਹੋ ਸਕੀ, ਕਿਉਂਕਿ ਪ੍ਰੇਮੀ ਸੱਜਣ ਕੁਝ ਦਵੈਸ਼ ਵਿੱਚ ਰਸਦ ਪਾਣੀ ਇਕੱਠਾ ਨਾ ਕਰ ਸਕੇ। ਜੋੜ ਮੇਲੇ ਉਪਰੰਤ ਮਹਾਰਾਜ ਜੀ ਨੇ ਬਡਰੁੱਖਾਂ ਦੀ ਸੰਗਤ ਨੂੰ ਬੁਲਾਇਆ ਤੇ ਬਚਨ ਕੀਤਾ, ਭਾਈ ਲੰਗਰ ਕਿਉਂ ਨਹੀਂ ਚਲਾਇਆ? ਸੰਗਤ ਨੇ ਮੁਆਫੀ ਮੰਗੀ ਕਿ ਪੇਂਡੂ ਹਾਂ, ਅਣਜਾਣ ਹਾਂ। ਮਹਾਰਾਜ ਨੇ ਬਚਨ ਕੀਤਾ, ਭਾਈ 5 ਸਿੰਘ ਇਕੱਠੇ ਹੋ ਕੇ ਅਰਦਾਸ ਕਰਕੇ ਰਸਦ ਇਕੱਠੀ ਕਰਨ ਵੇਲੇ ਤੁਰਿਆ ਕਰੋ, ਕੋਈ ਖਿਲਾਫ ਨਹੀਂ ਹੋਵੇਗਾ। ਕੱਚੀ ਬਾਣੀ। ਨੰਬਰ 1। ਸੰਤ ਜੀ ਮਹਾਰਾਜ ਨੇ ਇੱਕ ਦਿਨ ਮੌਜੂ ਅਤੇ ਮੱਤੀ ਪਿੰਡਾਂ ਜ਼ਿਲ੍ਹਾ ਬਠਿੰਡਾ ਦਾ ਦੌਰਾ ਕੀਤਾ। ਇੱਥੋਂ ਦੀ ਇੱਕ ਲੜਕੀ ਕੱਚੀ ਬਾਣੀ ਗਾਉਂਦੀ ਸੀ ਅਤੇ ਕਮਾਈ ਕਰਦੀ ਸੀ। ਲੋਕੀ ਇਹ ਕੱਚੀ ਬਾਣੀ ਸੁਣ ਕੇ ਕੁਰਾਹੇ ਪੈ ਰਹੇ ਸਨ। ਇਸ ਲੜਕੀ ਨੂੰ ਸੰਤ ਜੀ ਮਹਾਰਾਜ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋਈ। ਦਰਸ਼ਨ ਕਰਕੇ ਅਤੇ ਗੁਰਬਾਣੀ ਗਾਇਨ ਉਪਰੰਤ ਮਨ ਨਾਲ ਫੈਸਲਾ ਕੀਤਾ ਕਿ ਅੱਗੇ ਤੋਂ ਕੱਚੀ ਬਾਣੀ ਨਹੀਂ ਗਾਉਣੀ। ਫਿਰ ਇਹ ਲੜਕੀ ਦੀਵਾਨ ਦੀਆਂ ਹਾਜ਼ਰੀਆਂ ਭਰਨ ਲੱਗੀ ਅਤੇ ਮਹਾਂਪੁਰਖਾਂ ਦੇ ਚਰਨੀ ਲੱਗ ਕੇ ਭਲਾ ਮੰਗਣ ਲੱਗੀ। ਨੰਬਰ 2। ਜੋਗਾ ਰੱਲਾ ਪਿੰਡ ਵਿੱਚ ਦੌਰਾ ਕੀਤਾ, ਜਿੱਥੇ ਸੰਗਤਾਂ ਦੁੱਧ ਦਹੀਂ ਵਰਤਾਂਦੀਆਂ ਸਨ। ਇੱਕ ਦਿਨ ਇੱਕ ਪ੍ਰੇਮੀ ਨੇ ਅਰਜ਼ ਕੀਤੀ, ਮਹਾਰਾਜ ਜੀ, ਆਪ ਜੀ ਇੰਨੇ ਵੱਡੇ ਹੋ ਕੇ ਨਿਗੁਰਿਆਂ ਦੇ ਹੱਥ ਦਾ ਅੰਨ ਪਾਣੀ ਛਕ ਲੈਂਦੇ ਹੋ। ਇਹ ਸਿੰਘ ਨਹੀਂ ਸਜੇ, ਬਾਣੀ ਨਹੀਂ ਪੜ੍ਹਦੇ। ਹਜੂਰ ਨੇ ਉੱਤਰ ਦਿੱਤਾ, ਨਿਸ਼ਚਾ ਕਰਨਾ ਹੀ ਵੱਡਾ ਹੁੰਦਾ ਹੈ। ਅਸੀਂ ਜਿਸ ਨਗਰ ਵਿੱਚ ਦੀਵਾਨ ਕਰਦੇ ਹਾਂ, ਪਹਿਲਾਂ ਸਾਰੀ ਸੰਗਤ ਕੋਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾ ਲੈਂਦੇ ਹਾਂ ਅਤੇ ਫਿਰ ਉਹਨਾਂ ਦੇ ਘਰੋਂ ਅੰਨ ਛਕਦੇ ਹਾਂ। ਮਹਾਰਾਜ ਜੀ ਨੇ ਫਰਮਾਇਆ, ਸਾਨੂੰ ਕਰਤਾਰ ਦਾ ਹੁਕਮ ਹੈ ਕਿ ਅਸੀਂ ਸੰਸਾਰ ਵਿੱਚ ਸਤਿਨਾਮ ਵਾਹਿਗੁਰੂ ਦਾ ਚੱਕਰ ਚਲਾਈਏ। ਜਿਨ੍ਹਾਂ ਦੀ ਰਸਨਾ ਤੋਂ ਨਾਮ ਦੀ ਮਹਿਮਾ ਕਰਾ ਲਈ ਹੈ, ਉਹਨਾਂ ਤੇ ਸਮਾਂ ਪਾ ਕੇ ਜ਼ਰੂਰ ਅਸਰ ਹੋਏਗਾ। ਛੋਟੇ ਬੱਚਿਆਂ ਨੂੰ ਅੰਮ੍ਰਿਤ ਛਕਾਉਣਾ। ਇੱਕ ਦਿਨ ਸੰਤ ਜੀ ਮਹਾਰਾਜ ਜੀ ਨੇ ਤਹਿਸੀਲ ਚੱਕਵਾਲ, ਜ਼ਿਲ੍ਹਾ ਜੇਹਲਮ ਦੇ ਇੱਕ ਪਿੰਡ ਵਿੱਚ ਦੀਵਾਨ ਸਜਾਇਆ। ਸੰਗਤਾਂ ਇਕੱਠੀਆਂ ਹੋਈਆਂ। ਮਹਾਰਾਜ ਜੀ ਨੇ ਉੱਥੋਂ ਦੇ ਸਕੂਲ ਦੇ ਹੈੱਡ ਮਾਸਟਰ ਨੂੰ ਬੁਲਾਇਆ ਤੇ ਬਚਨ ਕੀਤਾ, ਸਾਰੇ ਸਕੂਲ ਦੇ ਬੱਚਿਆਂ ਨੂੰ ਅੰਮ੍ਰਿਤ ਛਕਾਓ, ਗੁਰੂ ਵਾਲੇ ਬਣਾਓ। ਹੈੱਡ ਮਾਸਟਰ ਨੇ ਬੇਨਤੀ ਕੀਤੀ ਕਿ ਬੱਚਿਆਂ ਤੋਂ ਰਹਿਤ ਨਹੀਂ ਰਹਿਣੀ, ਕਿਉਂਕਿ ਨਿਆਣੇ ਹਨ। ਮਹਾਰਾਜ ਬੋਲੇ, ਭਾਈ ਜਿਨ੍ਹਾਂ ਦੇ ਅੰਦਰ 5 ਪਿਆਰਿਆਂ ਦਾ ਤਿਆਰ ਕੀਤਾ ਅੰਮ੍ਰਿਤ ਜਾਏਗਾ, ਸਮਾਂ ਪਾ ਕੇ ਬੀਜ ਹਰਾ ਹੋ ਜਾਵੇਗਾ। ਮਹਾਰਾਜ ਨੇ ਪ੍ਰਮਾਣ ਦਿੱਤਾ ਕਿ ਸਾਰਿਆਂ ਬੂਟਿਆਂ ਦੇ ਬੀਜ ਧਰਤੀ ਵਿੱਚ ਪਏ ਹੁੰਦੇ ਹਨ। ਜੇਠ ਹਾੜ ਲੰਘ ਕੇ ਸਾਉਣ ਦੀਆਂ ਝੜੀਆਂ ਲੱਗਦੀਆਂ ਹਨ। ਉਹ ਬੀਜ ਰੁੱਤ ਅਨੁਸਾਰ ਜੰਮ ਪੈਂਦੇ ਹਨ। ਦਸਮ ਪਿਤਾ ਦਾ ਖੰਡੇ ਦਾ ਅੰਮ੍ਰਿਤ ਸਮਾਂ ਪਾ ਕੇ ਰੰਗ ਲਿਆਏਗਾ। ਹੈੱਡ ਮਾਸਟਰ ਨੇ ਬਚਨ ਮੰਨ ਕੇ ਉਸੇ ਤਰ੍ਹਾਂ ਹੀ ਕੀਤਾ। ਪਿੰਡ ਕੱਲਰ ਦੀ ਸਾਖੀ। ਪਿੰਡ ਕੱਲਰ, ਜ਼ਿਲ੍ਹਾ ਰਾਵਲਪਿੰਡੀ ਵਿਖੇ ਸੰਤ ਜੀ ਮਹਾਰਾਜ ਜੀ ਨੇ ਬਹੁਤ ਤਪ ਕੀਤਾ। ਉਸੇ ਪਿੰਡ ਇੱਕ ਪ੍ਰੇਮੀ ਨੇ ਨਵਾਂ ਮਕਾਨ ਬਣਾ ਕੇ ਸੰਤ ਜੀ ਮਹਾਰਾਜ ਦੇ ਚਰਨ ਪਵਾਏ ਅਤੇ ਲੰਗਰ ਛਕਾਇਆ।
ਲੰਗਰ ਦੀ ਅਰਦਾਸ ਉਪਰੰਤ ਮਹਾਰਾਜ ਜੀ ਨੇ ਬਚਨ ਕੀਤਾ, ਸਰਦਾਰ ਜੀ, ਕੋਠੀ ਬਹੁਤ ਸੁੰਦਰ ਹੈ, ਪਰ ਇੱਕ ਦਿਨ ਇਹ ਛੱਡਣੀ ਪਊ। ਉਸ ਨੇ ਸਰੀਰ ਛੱਡਣ ਦੀ ਗੱਲ ਸਮਝੀ, ਪਰ ਅਸਲ ਨੂੰ ਨਾ ਪਛਾਣਿਆ। ਜਦੋਂ ਪਾਕਿਸਤਾਨ ਬਣਿਆ ਤਾਂ ਸਰਦਾਰ ਨੂੰ ਕਈ ਸਾਲ ਪਹਿਲਾਂ ਮਹਾਰਾਜ ਜੀ ਦੇ ਕੀਤੇ ਬਚਨਾਂ ਦਾ ਮਤਲਬ ਸਮਝ ਆਇਆ। ਕਿੰਨਾ ਕੁਝ ਕਹਿ ਲਈਏ, ਤਤ ਬੇਤੇ ਸੰਤਾਂ ਦੇ ਸਿਧਾਂਤ ਨੂੰ ਅਗਿਆਨੀ ਮਨ ਸਮਝ ਨਹੀਂ ਸਕਦਾ। ਜਨਰਲ ਹਰਬਖਸ਼ ਸਿੰਘ ਬਾਰੀ। ਪਿੰਡ ਬਡਰੁੱਖਾਂ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਇੱਥੇ ਸੰਤ ਜੀ ਮਹਾਰਾਜ ਨੇ ਭਾਰੀ ਦੀਵਾਨ ਕੀਤੇ। ਸਰਬੱਤ ਸਾਧ ਸੰਗਤ ਨੂੰ ਅੰਮ੍ਰਿਤ ਛਕਾਇਆ। ਇਸੇ ਹੀ ਪਿੰਡ ਵਿੱਚ ਇੱਕ ਦਿਨ ਇੱਕ ਮਾਤਾ ਜੀ ਨੇ ਬੜੇ ਪਿਆਰ ਸਹਿਤ ਲੰਗਰ ਤਿਆਰ ਕਰਕੇ ਮਹਾਰਾਜ ਜੀ ਨੂੰ ਛਕਾਇਆ। ਹਰਬਖਸ਼ ਸਿੰਘ ਦੀ ਉਮਰ ਉਸ ਸਮੇਂ 5-7 ਸਾਲਾਂ ਦੀ ਸੀ। ਮਹਾਰਾਜ ਨੇ ਬਚਨ ਕੀਤਾ, ਤੇਰਾ ਪੁੱਤਰ ਇੱਕ ਵੱਡਾ ਅਹੁਦੇਦਾਰ ਬਣ ਕੇ ਉੱਡੇ। ਸਮਾਂ ਪਾ ਕੇ ਉਹ ਦਿੱਲੀ ਵਿੱਚ ਇੱਕ ਦਿਨ ਜਹਾਜ਼ ਚੜਾਉਣ ਗਈ। ਜਦੋਂ ਜਨਰਲ ਦਾ ਜਹਾਜ਼ ਆਕਾਸ਼ੀ ਉੱਡਿਆ ਤਾਂ ਮਾਤਾ ਜੀ ਨੂੰ ਸੰਤ ਜੀ ਮਹਾਰਾਜ ਦਾ ਉਸ ਵੇਲੇ ਦਾ ਬਚਨ ਯਾਦ ਆਇਆ। ਇਸ ਪਿੰਡ ਬਡਰੁੱਖਾਂ ਵਿੱਚ ਹੀਰਾ ਸਿੰਘ ਨਾਭਾ ਸਰਕਾਰ ਦਾ ਜਨਮ ਹੋਇਆ। ਇਸੇ ਪਿੰਡ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦਾ ਵੀ ਜਨਮ ਹੋਇਆ। ਤਤ ਬੇਤੇ ਸਾਧੂ ਦੇ ਬਚਨਾਂ ਨੂੰ ਉਹੀ ਜਾਣਦਾ ਹੈ। ਇੱਕ ਦਿਨ ਜ਼ਿਲ੍ਹਾ ਰਾਵਲਪਿੰਡੀ ਦੇ ਕੱਲਰ, ਕਨੋਹਾ, ਸਾਗਰੀ, ਨਡਾਲੀ, ਥੋਹਾ, ਕਹੋਟਾ ਅਤੇ ਦੁਪੇਰਣ ਪਿੰਡਾਂ ਦੇ ਇੱਕ ਦੀਵਾਨ ਵਿੱਚ ਸੰਗਤ ਬਹੁਤ ਇਕੱਠੀ ਹੋਈ ਸੀ। ਤਾਂ ਸਮਾਪਤੀ ਵੇਲੇ ਸੰਗਤ ਨੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਾਡੇ ਧੰਨ ਭਾਗ ਹਨ ਜੋ ਅਸੀਂ ਅਮੋਲਕ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਪਰੰਤੂ ਇੱਕ ਸ਼ੰਕਾ ਹੈ ਜੋ ਹਜੂਰ ਤੋਂ ਬਗੈਰ ਨਿਵਰਤ ਨਹੀਂ ਹੋ ਸਕਦਾ। ਭਾਈ, ਤੁਹਾਡੀ ਕੀ ਸ਼ੰਕਾ ਹੈ, ਦੱਸੋ? ਮਹਾਰਾਜ ਜੀ ਨੇ ਪੁੱਛਿਆ। ਸੰਗਤ ਨੇ ਸ਼ੰਕਾ ਦੱਸੀ ਕਿ ਜਦੋਂ ਆਪ ਸਰੀਰ ਛੱਡੋਗੇ ਤਾਂ ਕਿੱਥੇ ਜਾਵੋਗੇ? ਹਜੂਰ ਨੇ ਫਰਮਾਇਆ, ਇਹ ਮਕਾਨ ਜਿਸ ਵਿੱਚ ਬੈਠੇ ਹਾਂ, ਜੇਕਰ ਇਹਦੀ ਛੱਤ ਹਟਾ ਦਈਏ ਤਾਂ ਆਕਾਸ਼ ਹੀ ਆਕਾਸ਼ ਵਿੱਚ ਮਿਲ ਜਾਂਦਾ ਹੈ। ਜੇ ਘੜਾ ਪਾਣੀ ਦਾ ਭਰ ਕੇ ਪਾਣੀ ਵਿੱਚ ਰੱਖ ਦਈਏ ਤਾਂ ਘੜਾ ਫੁੱਟ ਜਾਣ ਤੇ ਪਾਣੀ ਪਾਣੀ ਵਿੱਚ ਹੀ ਸਮਾ ਜਾਂਦਾ ਹੈ। ਇਹ ਸਰੀਰ ਦੇ ਤਿਆਗਣ ਤੇ ਜੋਤੀ ਜੋਤ ਵਿੱਚ ਸਮਾਉਂਦਾ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜੋ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਹਾਰਾਜ ਜੀ, ਬੇਨਤੀ ਹੈ ਕਿ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਕਿੱਥੋਂ ਆਉਂਦੇ ਹਨ? ਭਾਈ, ਅਵਤਾਰ 4 ਪ੍ਰਕਾਰ ਦੇ ਹਨ, ਆਸਾ, ਅਵੇਸਾ, ਅੰਸਾ ਅਤੇ ਪੂਰਨ। ਭਗਵਾਨ ਰਾਮ ਜੀ 14 ਕਲਾਂ, ਕ੍ਰਿਸ਼ਨ 16 ਕਲਾਂ, ਪਰਸ਼ੁਰਾਮ 6 ਕਲਾਂ ਸ਼ਕਤੀਆਂ, ਪਰ ਗੁਰੂ ਨਾਨਕ ਦੇਵ ਜੀ ਅਨੇਕ ਤਾਕਤਾਂ ਨਾਲ ਲੈ ਕੇ ਆਏ। ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਹੈ, ਮਾਰੂ ਸੋਲਹੇ ਮਹੱਲਾ ਪੰਜਵਾ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਗੁਰੂ ਜੀ ਨੇ ਨਾਮ ਦਾ ਜਹਾਜ਼ 4 ਅੱਖਰਾਂ ਵਾਲਾ ਸੰਸਾਰ ਤਾਰਨ ਲਈ ਬਣਾਇਆ ਅਤੇ ਇਹ ਨਿਰਗੁਣ ਸ਼ਬਦ ਤੇ ਸਰਗੁਣ ਸਰੀਰ ਸਰੂਪ ਧਾਰਨ ਕੀਤੇ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਪ੍ਰਗਟਿਆ ਦਾ ਮਤਲਬ ਹੈ ਕਿ ਉਹ ਜਨਮ ਮਰਨ ਤੋਂ ਰਹਿਤ ਹਨ। ਮਹਾਰਾਜ, ਇਹ ਤਾਂ ਦੱਸੋ ਕਿ ਅਵਤਾਰ ਆਉਂਦੇ ਕਿੱਥੋਂ ਹਨ? ਹਜੂਰ ਨੇ ਫਰਮਾਇਆ ਕਿ ਨਿਰੰਕਾਰ ਸਮੁੰਦਰ ਦੀ ਨਿਆਈ ਹੈ। ਸਮੁੰਦਰ ਵਿੱਚ ਹਵਾ ਸਦਕੇ ਲਹਿਰਾਂ ਉੱਠਦੀਆਂ ਹਨ ਅਤੇ ਪਾਣੀ ਉਛਾਲੇ ਮਾਰਦਾ ਹੈ, ਪਰ ਹਵਾ ਬੰਦ ਹੋਣ ਤੇ ਲਹਿਰ ਸਮੁੰਦਰ ਵਿੱਚ ਹੀ ਸਮਾ ਜਾਂਦੀ ਹੈ। ਇਸੇ ਤਰ੍ਹਾਂ ਨਿਰੰਕਾਰ ਤੋਂ ਜੋ ਆਉਂਦੇ ਹਨ, ਨਿਰੰਕਾਰ ਵਿੱਚ ਹੀ ਸਮਾ ਜਾਂਦੇ ਹਨ। ਹੋਰ ਪ੍ਰਮਾਣ ਸੰਤ ਜੀ ਮਹਾਰਾਜ ਨੇ ਦਿੱਤਾ, ਜਿਵੇਂ ਕਿ ਜੇਲ੍ਹ ਖਾਨੇ ਅੰਦਰ ਡਾਕਟਰ ਵੀ ਜਾਂਦਾ ਹੈ ਅਤੇ ਦਰੋਗਾ ਵੀ। ਉਹਨਾਂ ਦੇ ਅੰਦਰ ਜਾਂ ਬਾਹਰ ਆਉਣ ਵਿੱਚ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਸੰਸਾਰ ਵੀ ਇੱਕ ਜੇਲ੍ਹ ਖਾਨੇ ਦੀ ਨਿਆਈ ਹੈ।
ਪਵਿੱਤਰ ਰੂਹਾਂ ਤੇ ਧਰਮ ਰਾਜ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਪਿੰਡ ਪੱਖੋਵਾਲ, ਜ਼ਿਲ੍ਹਾ ਲੁਧਿਆਣਾ। ਇੱਥੇ ਮਹਾਰਾਜ ਜੀ ਨੇ ਕਈ ਦੌਰੇ ਕੀਤੇ ਅਤੇ ਪ੍ਰੇਰਨਾ ਕੀਤੀ ਕਿ ਗੁਰਦੁਆਰਾ ਬਣਾਓ ਅਤੇ ਸੰਗਤਾਂ ਨੂੰ ਗੁਰਦੁਆਰਾ ਬਣਾਉਣ ਦਾ ਉਪਰਾਲਾ ਕਰ ਲਿਆ। ਪਿੰਡ ਦੀਆਂ ਧੀਆਂ ਭੈਣਾਂ ਮਾਈਆਂ ਨੇ ਜਥੇਦਾਰਨੀ ਦਲੀਪ ਕੌਰ ਦੀ ਅਗਵਾਈ ਵਿੱਚ ਗੁਰਮਤਾ ਕੀਤਾ ਕਿ ਸਾਰੀਆਂ ਇੱਟਾਂ ਬੀਬੀਆਂ ਸਿਰ ਤੇ ਢੋਣ, ਖੋਤਾ ਗੱਡਾ ਨਾ ਕੀਤਾ ਜਾਵੇ। ਬੀਬੀਆਂ ਨੇ ਟੋਕਰੀਆਂ ਵਿੱਚ ਇੱਟਾਂ ਰੱਖ ਕੇ 1 ਘੰਟੇ ਵਿੱਚ ਹੀ ਕਈ ਹਜ਼ਾਰ ਇੱਟਾਂ ਢੋ ਦਿੱਤੀਆਂ। ਮਿਸਤਰੀਆਂ ਨੇ ਗੁਰਦੁਆਰਾ ਬਣਾ ਦਿੱਤਾ। ਇੱਟਾਂ ਢੋਂਦੀਆਂ ਬੱਚੀਆਂ ਦੇ ਹਿਰਦੇ ਵਿੱਚੋਂ ਪੁਕਾਰ ਨਿਕਲੀ ਕਿ ਮਹਾਰਾਜ ਗੁਰਦੁਆਰਾ ਬਣ ਗਿਆ ਹੈ, ਦਰਸ਼ਨ ਦਿਓ, ਦੀਵਾਨ ਸਜਾਓ ਅਤੇ ਅੰਮ੍ਰਿਤ ਦੀ ਦਾਤ ਬਖਸ਼ੋ। ਇਹ ਪੁਕਾਰ ਸੁਣੀ ਗਈ ਅਤੇ ਹਜੂਰ ਦੌਰਾ ਕਰਦੇ ਕਰਦੇ ਇੱਥੇ ਪਹੁੰਚੇ। 2 ਦੀਵਾਨ ਇੱਥੇ ਹੋਏ। ਖਚਾ ਖਚ ਭਰੇ ਦੀਵਾਨ ਵਿੱਚ ਬੀਬੀਆਂ ਵੀ ਬੈਠੀਆਂ ਸਨ। 1 ਘੰਟਾ ਕੀਰਤਨ ਉਪਰੰਤ ਹਜੂਰ ਕਹਿਣ ਲੱਗੇ, ਸਾਜ਼ ਬੰਦ ਕਰ ਦਿਓ। ਸਾਰੀ ਸੰਗਤ ਹਜੂਰ ਵੱਲ ਵੇਖਣ ਲੱਗ ਪਈ ਕਿ ਕੀ ਗੱਲ ਹੈ। ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤੇ, ਭਾਈ ਸੰਗਤ ਨੇ ਸ਼ਰਧਾ ਨਾਲ ਇੱਟ ਢੋਈ ਹੈ ਤੇ ਗੁਰਦੁਆਰਾ ਬਣਾਇਆ ਹੈ। ਸਾਡੀ ਤੁਹਾਡੀ ਪ੍ਰੇਮ ਦੀ ਤਾਰ ਕੋਲ ਪਹੁੰਚ ਗਈ ਹੈ, ਉੱਤਰ ਸੁਣਨ ਲਈ ਤਿਆਰ ਹੋ ਜਾਓ। ਜਿੰਨੀ ਸੰਗਤ ਸਾਡੇ ਸਾਹਮਣੇ ਦੀਵਾਨ ਵਿੱਚ ਬੈਠੀ ਹੈ, ਉਸ ਦੀ ਸੇਵਾ ਇੱਕ ਵਾਰੀ ਗੁਰੂ ਨਾਨਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਵੇਗੀ। ਅੱਗੋਂ ਜੋ ਗੁਰੂ ਨਾਨਕ ਨੂੰ ਭਾਵੇ, ਇਹ ਸੇਵਾ ਦਾ ਫਲ ਹੈ। 5ਵੇਂ ਪਾਤਸ਼ਾਹ ਦੀ ਪੰਕਤੀ ਪੜ੍ਹੀ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਪ੍ਰੇਮ ਦੀਆਂ ਸੁਗੰਧੀਆਂ। ਜ਼ਿਲ੍ਹਾ ਲੁਧਿਆਣਾ ਦੀ ਅਹਿਮਦਗੜ੍ਹ ਮੰਡੀ ਦੇ ਨੇੜੇ ਪਿੰਡ ਜੰਡ ਦੇ ਸੋਢੀ ਕੀਰਤਨੀਆਂ ਨੂੰ ਸੰਤ ਜੀ ਮਹਾਰਾਜ ਦੇ ਸੇਵਕ ਬੇਨਤੀ ਕਰਕੇ ਪਿੰਡ ਫਲੇਹਵਾਲ ਤੋਂ ਲਿਆਏ। 2 ਦਿਨ ਦੀਵਾਨ ਸਜੇ। ਤੀਸਰੇ ਦਿਨ ਸੰਗਤ ਬਹੁਤ ਜੁੜੀ। ਕੀਰਤਨ ਦਾ ਭੋਗ ਪਿਆ। ਮਹਾਂਪੁਰਖਾਂ ਨੇ ਬਚਨ ਕੀਤਾ, ਭਾਈ ਅੰਮ੍ਰਿਤ ਛਕ ਕੇ ਨੱਕ ਕੰਨ ਨਹੀਂ ਛੇਦਣੇ ਚਾਹੀਦੇ ਅਤੇ ਨਾ ਹੀ ਗਹਿਣੇ ਪਾਉਣੇ ਚਾਹੀਦੇ ਹਨ। ਸਰੀਰ ਨੇ ਸਦਾ ਨਹੀਂ ਰਹਿਣਾ। ਮਨੁੱਖਾ ਜਨਮ ਪ੍ਰਾਪਤ ਕਰਕੇ ਸੇਵਾ ਕਰੀਏ ਤੇ ਨਾਮ ਜਪੀਏ ਤਾਂ ਕਲਿਆਣ ਹੋਵੇਗਾ, ਨਹੀਂ ਤਾਂ ਇਸ ਜੀਵ ਨੂੰ 84 ਵਾਲੇ ਗੇੜੇ ਬਣੇ ਰਹਿੰਦੇ ਹਨ। ਇਹ ਦੇਹੀ ਤਾਂ ਹੀ ਸਫਲ ਹੈ ਜੇ ਸ਼ੁਭ ਅਮਲ ਕਰੀਏ। ਫਿਰ ਪਿੰਡ ਧੂਰਕੋਟ ਗਏ ਤੇ ਕਈ ਦੀਵਾਨ ਕੀਤੇ। ਪਿੰਡ ਦੇ ਮੁਖੀਏ ਭਾਈ ਬਖਤਾਵਰ ਸਿੰਘ ਨੇ ਅਹਿਮਦਗੜ੍ਹ ਮੰਡੀ ਸਟੇਸ਼ਨ ਦੇ ਨੇੜੇ ਕੋਠੀ ਬਣਾਈ ਜੋ ਅਜੇ ਤੱਕ ਕਾਇਮ ਹੈ। ਬਖਤਾਵਰ ਸਿੰਘ ਨੇ ਬੇਨਤੀ ਕੀਤੀ ਕਿ ਕਿਰਪਾ ਕਰੋ ਮੇਰੀ ਕੋਠੀ ਨੇੜੇ ਆਬਾਦੀ ਹੋ ਜਾਵੇ। ਹਜੂਰ ਨੇ ਫਰਮਾਨ ਕੀਤਾ ਕਿ ਇੱਥੇ ਬੜੀ ਆਬਾਦੀ ਹੋਏਗੀ, ਰਹਿਣ ਨੂੰ ਥਾਂ ਨਹੀਂ ਮਿਲੇਗਾ। ਇਸ ਸਰਕਾਰ ਨੂੰ ਇਸ ਤਰ੍ਹਾਂ ਨੇਕ ਕੰਮਾਂ ਵੱਲ ਜੋੜਿਆ ਤੇ ਸਮਾਂ ਪਾ ਕੇ ਇਹ ਮਸਤੂਆਣੇ ਦਾ ਪ੍ਰਧਾਨ ਵੀ ਰਿਹਾ। ਇਹ ਇੰਨਾ ਅਮੀਰ ਹੁੰਦਿਆਂ ਹੋਇਆਂ ਵੀ ਸਰਦੀ ਵਿੱਚ 1 ਖੱਦਰ ਦੀ ਚਾਦਰ ਲਪੇਟ ਰੱਖਦਾ ਸੀ। ਇਸ ਦੇ ਨੇੜੇ 1 ਮੀਲ ਦੇ ਫਾਸਲੇ ਤੇ ਖੇੜਾ ਨਗਰ ਹੈ, ਜਿੱਥੇ 2 ਵਕਤ ਦੀਵਾਨ ਲੱਗੇ। ਹਜੂਰ ਸੂਰਜ ਨਿਕਲਦੇ ਹੀ ਰੋਜ਼ ਦੀਵਾਨ ਦੀ ਸਮਾਪਤੀ ਕਰ ਦਿੰਦੇ। ਫੇਰ ਆਪ ਰੇਲਵੇ ਲਾਈਨ ਤੇ ਕੋਠੀ ਦੇ ਨੇੜੇ ਆ ਕੇ ਖਲੋ ਗਏ। ਦਾਸ ਵੀ ਕੋਲ ਖੜਾ ਸੀ। ਸਰਦੀ ਦਾ ਮੌਸਮ ਸੀ ਅਤੇ ਸੂਰਜ ਨਿਕਲ ਰਿਹਾ ਸੀ। ਹਜੂਰ ਨੇ 1 ਪੰਕਤੀ ਪੜ੍ਹੀ, ਬਟਾਊ ਸਿਓ ਜੋ ਲਾਵੈ ਨੇਹ, ਤਾ ਕਉ ਹਾਥ ਨਾ ਆਵੈ ਕੇਹ। ਦੱਸੋ ਭਾਈ ਇਹਦਾ ਕੀ ਅਰਥ ਹੈ? ਸਾਰੀ ਸੰਗਤ ਚੁੱਪ ਕਰ ਗਈ। ਆਪ ਕਿਰਪਾ ਕਰੋ। ਕਹਿਣ ਲੱਗੇ, ਬਟਾਊ ਦਾ ਮਤਲਬ ਬਾਟ। ਰਸਤੇ ਜਾਂਦੇ 2 ਪ੍ਰੇਮੀ ਇਕੱਠੇ ਹੋ ਜਾਣ, ਅੱਗੇ ਜਾ ਕੇ ਰਸਤਾ ਬਦਲ ਜਾਵੇ। ਆਪਣੇ ਆਪਣੇ ਪਿੰਡਾਂ ਨੂੰ ਜੇ ਨੇਹੋਂ ਲਾ ਕੇ ਬੈਠ ਜਾਣ ਕਿ ਅਸੀਂ ਇਕੱਠੇ ਰਹਿਣਾ ਹੈ, ਇਹ ਹੋ ਨਹੀਂ ਸਕਦਾ। ਉਹਨਾਂ ਨੇ ਅਖੀਰ ਵਿੱਚ ਅੱਡ ਅੱਡ ਹੋ ਜਾਣਾ ਹੈ। ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ, ਸਮਾਂ ਪਾ ਕੇ ਸਭ ਨੇ ਅੱਡੋ ਅੱਡੀ ਸੰਸਾਰ ਤੋਂ ਤੁਰ ਜਾਣਾ ਹੈ। ਜੇ ਐਵੇਂ ਹੀ ਸੰਸਾਰ ਵਿੱਚ ਤੀਵੀਂ ਪੁੱਤਰਾਂ ਧੀਆਂ ਜ਼ਮੀਨ ਨਾਲ ਮੋਹ ਪਾ ਕੇ ਬੈਠ ਜਾਈਏ ਕਿ ਅਸਾਂ ਮਰਨਾ ਹੀ ਨਹੀਂ, ਇਹ ਗਲਤ ਹੈ। ਸੰਸਾਰ ਤੋਂ ਤੂੰ ਜਾਣਾ ਹੈ, ਇਹ ਸੱਚ ਹੈ। ਸੰਸਾਰ ਵਿੱਚ ਜੋ ਮਿਲਿਆ ਹੈ ਇਹ ਗੁਰੂ ਦਾ ਹੈ, ਆਪਣਾ ਨਹੀਂ। ਇੱਥੋਂ 2 ਮੀਲ ਦੂਰ ਘੰਗਰਾਣਾ ਪਿੰਡ ਵਿਖੇ 2 ਦੀਵਾਨ ਹੋਏ।
ਮਹਾਰਾਜ ਨੇ ਆਪਣੀ ਹੱਥੀਂ ਗੁਰਦੁਆਰੇ ਦੀ ਨੀਂਹ ਰੱਖੀ। ਜਦੋਂ ਨੀਂਹ ਰੱਖ ਹੀ ਰਹੇ ਸਨ ਤਾਂ ਪਿੰਡ ਰਾਜਗੜ੍ਹ ਤੋਂ ਇੱਕ ਸਰਦਾਰ ਆ ਗਿਆ। ਹਜੂਰ ਅੱਗੇ ਪ੍ਰੇਮ ਸਹਿਤ ਮੱਥਾ ਟੇਕ ਕੇ ਰੋਣ ਲੱਗ ਪਿਆ। ਬੇਨਤੀ ਕੀਤੀ ਕਿ ਮੇਰੇ ਗ੍ਰਹਿ ਵਿਖੇ ਚਰਨ ਪਾਓ ਅਤੇ ਉੱਥੇ ਵੀ ਅੱਜ ਹੀ ਗੁਰਦੁਆਰੇ ਦੀ ਨੀਂਹ ਰੱਖੀ ਜਾਏ। ਮਹਾਰਾਜ ਨੇ ਕੁਝ ਛਕਿਆ ਛਕਾਇਆ ਨਹੀਂ। ਰੱਥ ਵਿੱਚ ਸਵਾਰ ਹੋ ਕੇ ਪਿੰਡ ਰਾਜਗੜ੍ਹ ਜਾ ਕੇ ਉਸੇ ਹੀ ਦਿਨ ਨੀਂਹ ਰੱਖ ਦਿੱਤੀ। ਹੁਣ ਉੱਥੇ ਆਲੀਸ਼ਾਨ ਗੁਰਦੁਆਰੇ ਹਨ। ਸੰਤ ਜੀ ਨੇ ਇੱਕੋ ਦਿਨ 2 ਪਿੰਡਾਂ ਦੇ ਗੁਰਦੁਆਰਿਆਂ ਦੀ ਨੀਂਹ ਰੱਖੀ ਤੇ ਕਿਹਾ ਕਿ ਅਸੀਂ ਗੁਰਦੁਆਰੇ ਦੀ ਸੇਵਾ ਲਈ ਆਏ ਹਾਂ। ਇਸ ਪਿੱਛੋਂ ਅਹਿਮਦਗੜ੍ਹ ਭਾਈ ਬਖਤਾਵਰ ਸਿੰਘ ਦੀ ਕੋਠੀ ਵਾਪਸ ਆ ਗਏ। ਅੱਗੇ ਪਿੰਡ ਮਹੇਰਨਾ ਕਲਾਂ ਤੋਂ ਸੰਗਤ ਆਈ ਹੋਈ ਸੀ। ਭਾਈ ਨਰੈਣ ਸਿੰਘ, ਜਿਨ੍ਹਾਂ ਪਿੱਛੋਂ ਸੰਤ ਜੀ ਦਾ ਜੀਵਨ ਕਵਿਤਾ ਵਿੱਚ ਲਿਖਿਆ, ਦੇ ਨਾਲ ਭਾਈ ਬਿਸ਼ਨ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਗੱਜਣ ਸਿੰਘ ਨੰਬਰਦਾਰ ਤੇ ਹੋਰ ਸੰਗਤਾਂ ਸ਼ਾਮਲ ਸਨ। ਮਹਾਰਾਜ ਜੀ ਨੇ ਮਹੇਰਨੀ ਦੇ ਗੁਰਦੁਆਰਾ ਸੰਤਪੁਰਾ ਵਿਖੇ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਦੋਵੇਂ ਸਮੇਂ ਦੀਵਾਨ ਵਿੱਚ ਆਉਣ ਲਈ ਬਚਨ ਕੀਤਾ। ਦੀਵਾਨ ਵਿੱਚ ਸੰਤ ਜੀ ਨੇ ਰਹਿਰਾਸ ਸਾਹਿਬ ਪੜ੍ਹੀ, ਜਿਸ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਈਆਂ ਦਾ ਉਚਾਰਨ ਕੀਤਾ। ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤ ਰਣ ਮੰਡੰ ਬਰ ਬੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਮੰਡੰ ਪਾਣ ਪ੍ਰਭੰ। ਅਗਲੇ ਦਿਨ ਹਜੂਰ ਨੇ ਦਾਸ ਨੂੰ ਰਹਿਰਾਸ ਸੁਣਾਉਣ ਲਈ ਹੁਕਮ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਦਾਸ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਹਜੂਰ ਖੁਸ਼ ਹੋਏ ਅਤੇ ਅਰਦਾਸ ਕਰਨ ਲਈ ਵੀ ਕਿਹਾ। ਅਰਦਾਸ ਉਪਰੰਤ ਸਾਥੀਆਂ ਨੇ ਕਿਹਾ ਕਿ ਅਰਦਾਸ ਛੋਟੀ ਕੀਤੀ ਹੈ। ਮਹਾਂਪੁਰਖ ਕਹਿਣ ਲੱਗੇ ਕਿ ਅਰਦਾਸ ਲੰਬੀ ਨਹੀਂ ਕਰਨੀ ਚਾਹੀਦੀ, ਛੋਟੀ ਹੀ ਠੀਕ ਹੁੰਦੀ ਹੈ। ਪਿੰਡ ਧਨੌਲਾ ਦੀ ਸਾਖੀ। ਪਿੰਡ ਧਨੌਲਾ ਬਰਨਾਲੇ ਤੋਂ 6 ਮੀਲ ਵਿਖੇ ਇੱਕ ਸਾਧੂ ਨਰਾਇਣ ਦਾਸ ਦਾ ਡੇਰਾ ਸੀ। ਸੰਤ ਜੀ ਮਹਾਰਾਜ ਜਦੋਂ ਇੱਥੇ ਆਏ ਤਾਂ ਭਾਈ ਨਰਾਇਣ ਦਾਸ ਨੇ ਇਹਨਾਂ ਨੂੰ ਆਪਣੇ ਡੇਰੇ ਦੇ ਚੁਬਾਰੇ ਵਿੱਚ ਆਸਣ ਕਰਾਇਆ। ਦੋਵੇਂ ਟਾਈਮ ਦੀਵਾਨ ਹੋਣ ਲੱਗੇ। ਸੰਗਤ ਖੂਬ ਜੁੜੀ। ਇਸ ਸਾਧੂ ਦਾ ਗੁਰੂ ਘਰ ਨਾਲ ਇੰਨਾ ਪਿਆਰ ਤੇ ਸ਼ਰਧਾ ਵਧੀ ਕਿ ਇਸ ਨੇ ਅੰਮ੍ਰਿਤ ਛਕ ਲਿਆ। ਇਸ ਤਰ੍ਹਾਂ ਇਸ ਸਾਧੂ ਦਾ ਸਤਿਕਾਰ ਇਲਾਕੇ ਵਿੱਚ ਹੋਰ ਵੱਧ ਗਿਆ। ਭਾਈ ਕਾਹਨ ਸਿੰਘ, ਜਿਸ ਦਾ ਜਨਮ ਧਨੌਲੇ ਪਿੰਡ ਵਿੱਚ ਹੋਇਆ, ਇਹ ਵੀ ਸੰਤ ਜੀ ਮਹਾਰਾਜ ਦਾ ਅਨੰਨ ਸੇਵਕ ਬਣ ਗਿਆ। ਇੱਕ ਦਿਨ ਹਜੂਰ ਚੁਬਾਰੇ ਵਿੱਚ ਬੈਠੇ ਭਾਈ ਕਾਹਨ ਸਿੰਘ ਨੂੰ ਕਿਹਾ, ਪਿੰਡ ਵਿੱਚ ਜਾ ਆਪਣਾ ਘਰ ਵੇਚ ਆ। ਉਸ ਨੇ 7 ਬਚਨ ਕਹੇ। ਪਿੰਡ ਵਿੱਚ ਤਾਪ ਦੀ ਬਿਮਾਰੀ ਪਈ ਹੋਈ ਸੀ। ਬਹੁਤ ਸਾਰੇ ਲੋਕ ਘਰ-ਬਾਰ ਛੱਡੀ ਨਹਿਰ ਦੇ ਸੂਏ ਤੇ ਬੈਠੇ ਹਨ। ਕਾਹਨ ਸਿੰਘ ਹੁਕਮ ਮੰਨ ਆਪਣਾ ਘਰ ਵੇਚਣ ਗਿਆ, ਪਰ ਗਾਹਕ ਕੋਈ ਨਹੀਂ ਲੱਭਾ। ਉਦਾਸ ਹੋ ਕੇ ਵਾਪਸ ਮੁੜ ਆਇਆ। ਮਹਾਂਪੁਰਖ ਪੁੱਛਦੇ ਹਨ, ਘਰ ਵਿਕ ਗਿਆ? ਕਾਹਨ ਸਿੰਘ ਨੇ ਜਵਾਬ ਦਿੱਤਾ, ਮਹਾਰਾਜ ਜੀ, ਪਿੰਡ ਵਿੱਚ ਤਾਪ ਦੀ ਬਿਮਾਰੀ ਪਈ ਹੋਈ ਹੈ। ਲੋਕੀ ਬਿਮਾਰੀ ਕਰਕੇ ਘਰੋਂ ਬਾਹਰ ਬੈਠੇ ਹਨ। ਕੋਈ ਘਰ ਖਰੀਦਣ ਵਾਲਾ ਨਹੀਂ ਲੱਭਿਆ। ਮਹਾਰਾਜ ਨੇ ਕਿਹਾ, ਅੱਗੋਂ ਨੂੰ ਐਸਾ ਸਮਾਂ ਆ ਰਿਹਾ ਹੈ ਕਿ ਨਾ ਤਾਂ ਕਿਸੇ ਨੂੰ ਮਾਇਆ ਤੇ ਮੇਰ ਪਕੜ ਹੋਊ, ਨਾ ਜ਼ਮੀਨ ਤੇ। ਕਾਹਨ ਸਿੰਘ ਨੇ ਸਾਰੀ ਜ਼ਿੰਦਗੀ ਮਾਸੂਆਂ ਨੇ ਬੜੀ ਸੇਵਾ ਕੀਤੀ। ਅਖੀਰ ਦੇ ਸਮੇਂ ਆਪਣੀ 5 ਕਿੱਲੇ ਜ਼ਮੀਨ ਗੁਰਦੁਆਰੇ ਨੂੰ ਦੇ ਦਿੱਤੀ। ਬਾਕੀ ਜੋ ਬਚੀ ਉਸ ਨੂੰ ਵੇਚ ਕੇ ਮਸਤੂਆਂ ਨੇ 50,000 ਰੁਪਏ ਮੁੱਲ ਦੀ ਸੰਗਮਰਮਰ ਦੀ ਸੇਵਾ ਕੀਤੀ। ਇੱਕ ਵੇਰ ਸੰਤ ਜੀ ਮਹਾਰਾਜ ਪਿੰਡ ਲੋਹਟਵੱਦੀ ਪਹੁੰਚੇ। ਸੰਤ ਜੀ ਮਹਾਰਾਜ ਨੇ ਇਸ ਨਗਰ ਵਿੱਚ ਕਈ ਦੌਰੇ ਕੀਤੇ। ਛੇਕੜਲੇ ਦੌਰੇ ਵਿੱਚ 100 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਮਹਾਰਾਜ ਜੀ ਨੇ ਕਿਹਾ ਕਿ ਜਿੰਨੇ ਦਿਨ ਰੋਜ਼ 100 ਪ੍ਰਾਣੀ ਅੰਮ੍ਰਿਤ ਛਕਦੇ ਰਹਿਣ, ਅਸੀਂ ਇੱਥੇ ਰਹਾਂਗੇ। ਨਗਰ ਵਾਸੀਆਂ ਨੇ ਇਹ ਬਚਨ ਮੰਨ 5 ਦਿਨਾਂ ਵਿੱਚ 500 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਦਾਸ ਨੂੰ ਹੁਕਮ ਹੋਇਆ ਕਿ ਦਮਦਮੇ ਸਾਹਿਬ ਚਲੇ ਜਾਓ। ਅਗਲੇ ਦਿਨ ਭਾਈ ਰਤਨ ਸਿੰਘ ਦੇ ਘਰ ਭੋਜਨ ਛਕ ਕੇ ਸੰਤ ਜੀ ਮਹਾਰਾਜ ਨੇ ਬਚਨ ਕੀਤਾ ਕਿ ਦਮਦਮੇ ਸਾਹਿਬ ਦੀ ਸੇਵਾ ਕਲਗੀਆਂ ਵਾਲੇ ਪਾਤਸ਼ਾਹ ਵੇਲੇ ਹੀ ਹੋ ਜਾਣੀ ਸੀ।
ਕਾਂਡ 56 ਸ਼ਲੋਕ ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਹੋਰ 94 ਸਾਖੀਆਂ। ਰਿੱਧੀ ਸਿੱਧੀ ਵਰਜਿਤ। ਇੱਕ ਦਿਨ ਗਰਮੀ ਦਾ ਮੌਸਮ ਸੀ। ਸੰਤ ਜੀ ਮਹਾਰਾਜ ਦਾ ਜੰਗੀ ਜਥਾ ਸੇਵਕ ਜਥਾ ਜੰਗਲ ਵਿੱਚੋਂ ਚੂਨੇ ਦੀ ਭੱਠੀ ਵਾਸਤੇ ਲੱਕੜਾਂ ਵੱਢ ਕੇ ਆਇਆ। ਸਿਖਰ ਦੁਪਹਿਰ ਸੀ। ਜੰਗੀ ਜਥੇ ਦੇ 2 ਸਿੰਘ ਕਹਿਣ ਲੱਗੇ ਕਿ ਅੱਜ ਬਦਾਮ, ਇਲਾਇਚੀ, ਖਸਖਸ ਆਦਿਕ ਸਰਦਾਈ ਦੀ ਸਮੱਗਰੀ ਹੁੰਦੀ ਤਾਂ ਰਗੜਾ ਲਾ ਕੇ ਗਰਮੀ ਦੂਰ ਕਰਦੇ। ਕੋਲੇ ਹੀ ਸੰਤ ਭਾਈ ਮਣੀ ਸਿੰਘ ਜੀ ਦਿਆਲਪੁਰਾ ਖੜੇ ਸਨ। ਕਹਿਣ ਲੱਗੇ ਤੁਸੀਂ ਬਦਾਮ ਇਲਾਇਚੀਆਂ ਚੁਗਣ ਵਾਸਤੇ ਤਿਆਰ ਹੋ ਜਾਓ। ਇਹ ਆਖ ਕੇ ਲੰਗਰ ਦੇ ਬਾਰ ਮੂਹਰੇ ਇੱਕ ਤੂਤ ਖੜਾ ਸੀ। ਉਸ ਦਾ ਟਹਣਾ ਫੜ ਕੇ ਖੂਬ ਹਿਲਾਇਆ। ਤੂਤ ਦੇ ਥੱਲੇ ਬਦਾਮਾਂ ਦੇ ਢੇਰ ਲੱਗ ਗਏ। ਜੰਗੀ ਜਥੇ ਨੇ ਸਰਦਾਈ ਬਣਾ ਕੇ ਛਕੀ। ਥੋੜੇ ਸਮੇਂ ਵਿੱਚ ਹੀ ਸੰਤ ਜੀ ਮਹਾਰਾਜ ਕੋਠੀ ਵਿੱਚੋਂ ਬਾਹਰ ਆਏ। ਸੰਤ ਜੀ ਮਣੀ ਸਿੰਘ ਜੀ ਦੀ ਗੱਲ ਸੁਣ ਕੇ ਸੰਤ ਜੀ ਮਹਾਰਾਜ ਵੀਰ ਰਸ ਵਿੱਚ ਆ ਗਏ ਤੇ ਕਹਿਣ ਲੱਗੇ, ਮਣੀ ਸਿਆਂ ਰਿੱਧ ਸਿੱਧ ਅਵਰਾ ਸਾਧ ਹੈ। ਇਸ ਕਰਕੇ ਇਸ ਦਾ ਵਿਖਾਵਾ ਸੁਭਾਏਮਾਨ ਨਹੀਂ ਹੈ। ਇਸ ਉਪਦੇਸ਼ ਨੂੰ ਸੰਤ ਮਣੀ ਸਿੰਘ ਹੋਰਾਂ ਸਤਿਕਾਰ ਸਹਿਤ ਮੰਨ ਕੇ ਮਨ ਵਿੱਚ ਵਸਾਇਆ। ਭਾਂਡਾ ਧੋਏ ਬੈਸ ਧੂਪ ਦੇਵ ਹੋ। ਸੰਤ ਜੀ ਮਹਾਰਾਜ ਨਿਰੰਕਾਰ ਦੇ ਹੁਕਮ ਅੰਦਰ ਸਤਿਨਾਮ ਦਾ ਛਿੱਟਾ ਦਿੰਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਪੁੱਜ ਕੇ ਵਾਹਿਗੁਰੂ ਪਰਮੇਸ਼ਰ ਤੋਂ ਭੁੱਲੀਆਂ ਹੋਈਆਂ ਰੂਹਾਂ ਨੂੰ ਅੰਮ੍ਰਿਤ ਛਕਾ ਗੁਰੂ ਕਲਗੀਆਂ ਵਾਲੇ ਦੇ ਬੇੜੇ ਚੜਾਉਂਦੇ। ਸੰਤ ਜੀ ਮਹਾਰਾਜ ਦੇ ਨਾਲ ਰਾਗੀ ਜਥਾ ਵੀ ਹੁੰਦਾ ਸੀ। ਉਹਨਾਂ ਵਿੱਚ ਭਾਈ ਕਲਿਆਣ ਸਿੰਘ ਜੀ ਰਾਗੀ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਤ ਜੀ ਮਹਾਰਾਜ ਨੂੰ ਅਰਪਣ ਕੀਤਾ ਹੋਇਆ ਸੀ। ਸੰਤ ਜੀ ਮਹਾਰਾਜ ਮਸਤੂਆਣੇ ਸਾਹਿਬ ਜੋਤ ਜਗਾ ਰਹੇ ਸਨ। ਭਾਈ ਕਲਿਆਣ ਸਿੰਘ ਕੀਰਤਨ ਕਰਕੇ ਸੰਤਾਂ ਨੂੰ ਨਮਸਕਾਰ ਕਰਨ ਆਇਆ। ਸੰਤ ਜੀ ਮਹਾਰਾਜ ਨੇ ਪ੍ਰਸੰਨ ਚਿੱਤ ਹੋ ਕੇ ਭਾਈ ਕਲਿਆਣ ਸਿੰਘ ਨੂੰ ਆਖਿਆ ਕਿ ਜਿਸ ਵਸਤੂ ਨੂੰ ਤੂੰ ਚਾਹੁੰਦਾ ਹੈ ਉਹ ਵਸਤੂ ਤੈਨੂੰ ਦੇ ਤਾਂ ਦੇਈਏ, ਪਰ ਭਾਈ ਕਲਿਆਣ ਸਿਆਂ ਜੋ ਸਿਹਣੀ ਦਾ ਦੁੱਧ ਹੁੰਦਾ ਹੈ ਨਾ, ਉਹ ਸਵਰਨ ਪਾਤਰ ਵਿੱਚ ਠਹਿਰਦਾ ਹੈ। ਇਸ ਵਾਸਤੇ ਇਸ ਅਜਰ ਵਸਤੂ ਨੂੰ ਜਰਨ ਵਾਸਤੇ ਹਿਰਦਾ ਸਵਰਨ ਭਾਵ ਸੋਨੇ ਦੇ ਪਾਤਰ ਦੀ ਤਰ੍ਹਾਂ ਸ਼ੁੱਧ ਚਾਹੀਦਾ ਹੈ। ਗੁਰੂ ਘਰ ਵਿੱਚ ਮਨ ਮਾਜਣ ਵਾਸਤੇ ਨਿਸ਼ਕਾਮ ਸੇਵਾ ਸਭ ਤੋਂ ਸ਼੍ਰੋਮਣੀ ਸਾਧਨ ਹੈ। ਸ੍ਰੀ ਮੁਖ ਵਾਕ ਹੈ, ਗੁਰ ਸੇਵਾ ਤਪਾਂ ਸਿਰ ਤਪਸਾਰ, ਅਤੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਤੂੰ ਹਮੇਸ਼ਾ 4 ਘੰਟੇ ਸੰਗਤ ਦੇ ਜੂਠੇ ਬਰਤਨ ਮਾਂਜਿਆ ਕਰ। ਇਹ ਬਚਨ ਸੁਣ ਕੇ ਭਾਈ ਕਲਿਆਣ ਸਿੰਘ ਨੇ ਸੰਗਤ ਦੇ ਜੂਠੇ ਭਾਂਡੇ ਮਾਂਜਣੇ ਸ਼ੁਰੂ ਕਰ ਦਿੱਤੇ। ਸੰਤ ਜੀ ਮਹਾਰਾਜ ਦੀ ਮਿਹਰ ਦਾ ਸਦਕਾ ਭਾਈ ਕਲਿਆਣ ਸਿੰਘ ਥੋੜੇ ਹੀ ਸਮੇਂ ਵਿੱਚ ਦਿਵ ਦ੍ਰਿਸ਼ਟੀ ਦੇ ਮਾਲਕ ਹੋ ਗਏ। ਇੱਕ ਦਿਨ ਭਾਈ ਕਲਿਆਣ ਸਿੰਘ ਰੇਤ ਦੇ ਢੇਰ ਤੇ ਬੈਠੇ ਭਾਂਡੇ ਮਾਂਜ ਰਹੇ ਸਨ। ਚਿਹਰੇ ਤੇ ਜਲਾਲ ਸੀ, ਨੇਤਰਾਂ ਵਿੱਚ ਖੁਮਾਰੀ ਸੀ, ਹਿਰਦੇ ਵਿੱਚ ਨਾਮ ਦਾ ਪ੍ਰਵਾਹ ਜਾਰੀ ਸੀ। ਅੰਤਰਜਾਮੀ ਸੰਤ ਜੀ ਇਹ ਸਭ ਕੁਝ ਜਾਣ ਗਏ। ਭਾਈ ਕਲਿਆਣ ਸਿੰਘ ਪਾਸ ਆਏ। ਕਲਿਆਣ ਸਿੰਘ ਨੇ ਸੰਤ ਜੀ ਦੇ ਦਰਸ਼ਨ ਕਰਕੇ ਆਪ ਮੁਹਾਰਾ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਲੁਕੋ ਕੇ ਕਿਉਂ ਰੱਖਿਆ ਹੈ? ਤੁਸੀਂ ਤਾਂ ਪ੍ਰਤੱਖ ਗੁਰੂ ਨਾਨਕ ਸਰੂਪ ਹੋ। ਇਹ ਕੁਝ ਭਾਈ ਕਲਿਆਣ ਸਿੰਘ ਜੀ ਆਖ ਹੀ ਰਹੇ ਸਨ ਤਾਂ ਸੰਤ ਜੀ ਮਹਾਰਾਜ ਕਹਿਣ ਲੱਗੇ, ਭਾਈ ਕਲਿਆਣ ਸਿਆਂ ਇਹ ਅਜਰ ਵਸਤੂ ਹੈ, ਇਸ ਨੂੰ ਜਰ ਲੈ। ਪਰ ਕਲਿਆਣ ਸਿੰਘ ਤੇ ਸੰਤ ਜੀ ਦੇ ਬਚਨਾਂ ਦਾ ਕੋਈ ਅਸਰ ਨਾ ਹੋਇਆ। ਉਹ ਆਪਣੀ ਧੁਨ ਵਿੱਚ ਉਸੇ ਤਰ੍ਹਾਂ ਹੀ ਸੰਤ ਜੀ ਨੂੰ ਸਾਰੀ ਸੰਗਤ ਵਿੱਚ ਆਖੀ ਗਿਆ
ਤਾਂ ਸੰਤ ਜੀ ਨੇ ਆਪਣਾ ਮੁਬਾਰਕ ਚਰਨ ਭਾਈ ਕਲਿਆਣ ਸਿੰਘ ਦੇ ਸਿਰ ਤੇ ਰੱਖਿਆ ਤੇ ਉਸੇ ਵਕਤ ਹੀ ਕਲਿਆਣ ਸਿੰਘ ਚੁੱਪ ਹੋ ਗਿਆ। ਸੰਤ ਜੀ ਮਹਾਰਾਜ ਕਹਿਣ ਲੱਗੇ, ਭਾਈ ਇਹ ਤੇਰੀ ਵਸਤੂ ਸਾਡੇ ਪਾਸ ਅਮਾਨਤ ਹੈ, ਤੈਨੂੰ ਅੰਤ ਸਮੇਂ ਦੇਵਾਂਗੇ। ਹੁਣ ਤੂੰ ਇਸ ਵਸਤੂ ਨੂੰ ਜਰ ਨਹੀਂ ਸਕਦਾ। ਗਰੀਬੀ ਦੂਰ ਕਰਨੀ। ਸੰਤ ਜੀ ਮਹਾਰਾਜ ਢਢੋਗਲ ਵਿਖੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਰ ਕਰ ਰਹੇ ਸਨ। ਉੱਥੇ ਸੰਤਾਂ ਦਾ ਸੇਵਕ ਭਾਈ ਹਰੀ ਸਿੰਘ ਸੀ। ਉੱਥੇ ਭਾਈ ਹਰੀ ਸਿੰਘ ਦਾ ਸਰੀਕੇ ਵਿੱਚੋਂ ਮਾਮਾ ਪੀ ਰਹਿੰਦਾ ਸੀ। ਉਸ ਦੀ ਕਿਰਿਆ ਬਹੁਤ ਨਰਮ ਸੀ। ਸੰਤ ਜੀ ਮਹਾਰਾਜ ਨੇ ਭਾਈ ਹਰੀ ਸਿੰਘ ਨੂੰ ਪੁੱਛਿਆ, ਭਾਈ ਹਰੀ ਸਿਆਂ, ਇਹ ਪ੍ਰੇਮੀ ਕੌਣ ਹੈ? ਭਾਈ ਹਰੀ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਸਾਡੇ ਸਰੀਕੇ ਵਿੱਚੋਂ ਮਾਮਾ ਲੱਗਦਾ ਹੈ। ਇੱਥੇ ਨਾਨਕੇ ਘਰ ਰਹਿੰਦਾ ਹੈ। ਇਸ ਪਿੰਡ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ। ਸੰਤ ਜੀ ਮਹਾਰਾਜ ਨੇ ਇਹ ਬਚਨ ਸੁਣ ਕੇ ਫਰਮਾਇਆ, ਭਾਈ ਕੱਲ ਨੂੰ ਇਸ ਨਗਰ ਦੀ ਗਰੀਬੀ ਦੂਰ ਕਰਾਂਗੇ। ਭਾਈ ਤੂੰ ਕੱਲ ਨੂੰ ਅੰਮ੍ਰਿਤ ਵੇਲੇ 1 ਵਜੇ ਇਸ਼ਨਾਨ ਕਰਕੇ ਸਾਡੇ ਕੋਲ ਆ ਜਾਵੀਂ। ਸੰਗਤ ਸਮੇਤ ਆਪਾਂ ਗਲੀ ਗਲੀ ਫਿਰ ਕੇ ਇਸ ਪਿੰਡ ਦੀ ਗਰੀਬੀ ਦੂਰ ਕਰਾਂਗੇ। ਭਾਈ ਹਰੀ ਸਿੰਘ ਸੰਤ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਘਰ ਚਲਿਆ ਗਿਆ। ਦੂਸਰੇ ਦਿਨ ਨਿਤਨੇਮ ਅਨੁਸਾਰ ਸੰਤ ਜੀ ਮਹਾਰਾਜ ਅੰਮ੍ਰਿਤ ਵੇਲੇ 12:30 ਤੇ ਇਸ਼ਨਾਨ ਕਰਕੇ ਸਮਾਧੀ ਸਥਿਤ ਬੈਠੇ ਗਏ। ਇਧਰੋਂ ਭਾਈ ਹਰੀ ਸਿੰਘ ਸੰਗਤ ਸਮੇਤ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ 1:30 ਵਜੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ। ਸਾਰੀ ਸੰਗਤ ਸੰਤ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਸਜ ਗਈ। ਸੰਤ ਜੀ ਮਹਾਰਾਜ ਦੀ ਅੱਖ ਖੁੱਲੀ। ਸਾਰੀ ਸੰਗਤ ਤੇ ਮਿਹਰ ਦੀ ਨਿਗਾਹ ਕਰਕੇ ਫਰਮਾਇਆ, ਚੱਲੋ ਭਾਈ ਤੁਹਾਡੀ ਗਰੀਬੀ ਦੂਰ ਕਰੀਏ। ਸੰਗਤ ਸਮੇਤ ਸੰਤ ਜੀ ਮਹਾਰਾਜ ਨੇ ਢਢੋਗਲ ਦੀ ਗਲੀ ਗਲੀ ਵਿੱਚ ਆਪਣੇ ਚਰਨ ਪਾ ਕੇ ਪਿੰਡ ਦੀ ਗਰੀਬੀ ਦੂਰ ਕੀਤੀ। ਉਸ ਦਿਨ ਤੋਂ ਪਿੰਡ ਵਿੱਚ ਸੰਤ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਪਿੰਡ ਵਿੱਚ ਬਰਕਤ ਹੈ। ਇਸ ਸਮੇਂ ਤੋਂ ਹੀ ਇਸ ਪਿੰਡ ਦੇ ਵਾਸੀ ਸੰਤ ਜੀ ਮਹਾਰਾਜ ਦੇ ਸ਼ਰਧਾਲੂ ਹਨ। ਹਾੜੀ ਸੌਣੀ ਮਸਤੂਆਂ ਨੇ ਸਾਹਿਬ ਰਸਤ ਪਹੁੰਚਾਉਂਦੇ ਹਨ। ਪਿੰਡ ਢਢੋਗਲ ਵਿਖੇ 17, 18, 19 ਪੋਹ ਨੂੰ ਹਰ ਸਾਲ ਸੰਤ ਜੀ ਮਹਾਰਾਜ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਲੰਗਰ ਦਾ ਭੰਡਾਰਾ ਵੀ ਚਲਾਇਆ ਜਾਂਦਾ ਹੈ। ਪੁੱਤਰ ਦੀ ਦਾਤ। ਭਾਈ ਹਰੀ ਸਿੰਘ ਦੇ ਘਰ ਕੋਈ ਬੱਚਾ ਨਹੀਂ ਸੀ। ਭਾਈ ਹਰੀ ਸਿੰਘ ਦੀ ਘਰਵਾਲੀ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਸਾਡੇ ਘਰ ਪੁੱਤਰ ਦੀ ਦਾਤ ਵਾਸਤੇ ਸੰਤ ਜੀ ਮਹਾਰਾਜ ਨੂੰ ਬੇਨਤੀ ਕਰੋ। ਉਸ ਸਮੇਂ ਮਾਈ ਦੀ ਉਮਰ 60 ਸਾਲ ਦੀ ਸੀ। ਸੰਗਤ ਨੇ ਮਾਈ ਨੂੰ ਜੁਗਤ ਦੱਸੀ ਕਿ ਤੁਸੀਂ ਸੰਤ ਜੀ ਮਹਾਰਾਜ ਦਾ ਪ੍ਰਸ਼ਾਦਾ ਵਰਤੋ। ਸੰਗਤ ਦਾ ਬਚਨ ਮੰਨ ਕੇ ਮਾਈ ਨੇ ਸੰਤ ਜੀ ਮਹਾਰਾਜ ਨੂੰ ਲੰਗਰ ਛਕਣ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਪ੍ਰਸ਼ਾਦਾ ਛਕਣਾ ਪ੍ਰਵਾਨ ਕਰ ਲਿਆ। ਦੂਸਰੇ ਦਿਨ ਸੰਤ ਜੀ ਮਹਾਰਾਜ ਸੰਗਤ ਸਮੇਤ ਭਾਈ ਹਰੀ ਸਿੰਘ ਦੇ ਘਰ ਲੰਗਰ ਛਕਣ ਲਈ ਗਏ। ਜਦ ਸੰਤ ਜੀ ਮਹਾਰਾਜ ਅਰਦਾਸ ਕਰਨ ਲੱਗੇ ਤਾਂ ਮਾਈ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਖੜੀ ਰਹੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਹ ਮਾਈ ਕਿਵੇਂ ਖੜੀ ਹੈ? ਸੰਗਤ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਸ ਮਾਈ ਦੇ ਘਰ ਪੁੱਤਰ ਨਹੀਂ ਹੈ। ਆਪ ਦੇ ਚਰਨਾਂ ਵਿੱਚ ਪੁੱਤਰ ਦੀ ਦਾਤ ਮੰਗਦੀ ਹੈ। ਦਇਆ ਦੇ ਘਰ ਸ੍ਰੀ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਸ ਮਾਈ ਨੂੰ ਪੁੱਤਰ ਦੀ ਦਾਤ ਵੀ ਮਿਲੇਗੀ। ਸਤਿਗੁਰੂ ਭਲੀ ਕਰਨਗੇ। ਜੇਕਰ ਮਾਈ ਅੱਜ ਮੁਕਤੀ ਮੰਗਦੀ ਤਾਂ ਮੁਕਤੀ ਵੀ ਮਿਲ ਜਾਂਦੀ। ਕੁਝ ਸਮਾਂ ਪਾ ਕੇ ਭਾਈ ਹਰੀ ਸਿੰਘ ਦੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ। ਸੰਤਾਂ ਦੇ ਬਚਨਾਂ ਤੇ ਇਸ ਭੁਜੰਗੀ ਦਾ ਨਾਂ ਸੰਤ ਸਿੰਘ ਰੱਖਿਆ। ਭਾਈ ਸੰਤ ਸਿੰਘ ਗੁਰੂ ਘਰ ਦਾ ਪ੍ਰੇਮੀ ਤੇ ਬਹੁਤ ਵਧੀਆ ਕੀਰਤਨੀਆ ਹੋਇਆ। ਢਢੋਗਲ ਦਾ ਗੁਰਦੁਆਰਾ। ਇੱਕ ਦਿਨ ਭਾਈ ਗੁਰਮੁਖ ਸਿੰਘ ਸੰਤ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਬੈਠ ਗਿਆ। ਸੰਤ ਜੀ ਮਹਾਰਾਜ ਨੇ ਅਮੋਲਕ ਬਚਨ ਕੀਤੇ ਕਿ ਭਾਈ ਗੁਰਮੁਖ ਸਿਆਂ, ਇਸ ਰੇਰੂ ਹੇਠ ਗੁਰੂ ਨਾਨਕ ਦੇਵ ਜੀ ਨੇ ਪਿੰਡ ਸੀਟਾਂ ਵਾਲੇ ਤੋਂ ਮਲੇਰਕੋਟਲੇ ਵੱਲ ਜਾਂਦੇ ਹੋਏ ਭਾਈ ਬਾਲੇ ਤੇ ਮਰਦਾਨੇ ਸਮੇਤ ਦੁਪਹਿਰਾ ਕੱਟਿਆ ਤੇ ਆਰਾਮ ਕੀਤਾ। ਭਾਈ ਗੁਰਮੁਖ ਸਿੰਘ ਨੇ ਬੇਨਤੀ ਕੀਤੀ, ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਤਾਂ ਇੱਥੇ ਪਿੰਡ ਸੀ? ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਉਸ ਸਮੇਂ ਇੱਥੇ ਜੰਗਲ ਸੀ। ਇਸ ਜਗ੍ਹਾ ਤੇ ਸੰਤ ਜੀ ਮਹਾਰਾਜ ਨੇ ਦੀਵਾਨ ਸਜਾਏ।
ਭਾਈ ਗੁਰਮੁਖ ਸਿੰਘ ਨੂੰ ਮਹਾਰਾਜ ਨੇ ਫਰਮਾਇਆ, ਭਾਈ ਸਮਾਂ ਪਾ ਕੇ ਇਸ ਜਗ੍ਹਾ ਤੇ ਗੁਰਦੁਆਰਾ ਬਣੇਗਾ। ਇਸ ਸਮੇਂ ਪਿੰਡ ਢਡੋਗਲ ਵਿਖੇ ਸੋਹਣਾ ਗੁਰਦੁਆਰਾ ਤੇ ਸਰੋਵਰ ਬਣਿਆ ਹੈ। ਸੁਆਸਾਂ ਦਾ ਹਿਸਾਬ। ਇੱਕ ਦਿਨ ਪੋਠੋਹਾਰ ਤੋਂ ਭਾਈ ਝੰਡਾ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਢਡੋਗਲ ਵਿਖੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਆਏ। ਭਾਈ ਝੰਡਾ ਸਿੰਘ ਪਰਿਵਾਰ ਸਮੇਤ ਨਮਸਕਾਰ ਕਰਕੇ ਬੈਠ ਗਏ। ਭਾਈ ਝੰਡਾ ਸਿੰਘ ਜੀ ਨੇ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸੰਤ ਕਿਸ ਨੂੰ ਕਹਿੰਦੇ ਹਨ? ਸੰਤ ਜੀ ਮਹਾਰਾਜ ਨੇ ਫਰਮਾਇਆ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲੇ ਉਹਨਾਂ ਨੂੰ ਸੰਤ ਕਿਹਾ ਜਾਂਦਾ। ਦੂਸਰਾ ਬਚਨ। ਭਾਈ ਝੰਡਾ ਸਿੰਘ ਜੀ ਨੇ ਪੁੱਛਿਆ, ਬੰਦੇ ਦਾ ਕਰਮ ਕਦੋਂ ਬਣਦਾ ਹੈ? ਸੰਤ ਜੀ ਮਹਾਰਾਜ ਨੇ ਕਿਹਾ, ਬੰਦੇ ਦਾ ਕਰਮ ਸਵਾਸ ਸਵਾਸ ਬਣਦਾ ਹੈ। ਜੇਕਰ ਸਵਾਸਾਂ ਨੂੰ ਸਿਮਰਨ ਵਾਲੇ ਪਾਸੇ ਲਾਈਏ ਤਾਂ ਚੰਗਾ ਕਰਮ ਬਣਦਾ ਹੈ, ਜੇਕਰ ਚੁਗਲੀ ਨਿੰਦਾ ਵਾਲੇ ਪਾਸੇ ਲਾਈਏ ਤਾਂ ਮਾੜਾ ਕਰਮ ਬਣਦਾ ਹੈ। ਮਹਾਰਾਜ ਨੇ ਫੇਰ ਬਚਨ ਕੀਤਾ, ਜਿਸ ਤਰ੍ਹਾਂ ਸ਼ਾਮ ਨੂੰ ਦੁਕਾਨ ਦਾ ਹਿਸਾਬ ਕਰਦੇ ਹੋ, ਉਸੇ ਤਰ੍ਹਾਂ ਕਦੇ ਸਵਾਸਾਂ ਦਾ ਵੀ ਹਿਸਾਬ ਕੀਤਾ ਹੈ? ਜਿਸ ਤਰ੍ਹਾਂ ਭਾਈ ਝੰਡਾ ਸਿੰਘ ਨੇ ਫੇਰ ਤੀਜਾ ਬਚਨ ਕੀਤਾ ਤੇ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਬਾਣੀ ਪੜ੍ਹਨ ਨੂੰ ਕਿਹੜਾ ਵੇਲਾ ਚੰਗਾ ਹੈ। ਸੰਤ ਜੀ ਮਹਾਰਾਜ ਨੇ ਭਾਈ ਝੰਡਾ ਸਿੰਘ ਜੀ ਨੂੰ ਫਰਮਾਇਆ ਕਿ ਮਿਸਰੀ ਦਾ ਕੁੱਜਾ ਕਦੇ ਖਾਧਾ ਹੈ? ਕਿਸੇ ਪਾਸਿਓਂ ਛਕ ਲਓ, ਮਿੱਠਾ ਹੀ ਹੁੰਦਾ ਹੈ। ਬਾਣੀ ਕਿਸੇ ਵੇਲੇ ਪੜ੍ਹ ਲਓ, ਚੰਗੀ ਹੀ ਚੰਗੀ ਹੈ। ਅੰਮ੍ਰਿਤ ਵੇਲਾ ਸਭ ਤੋਂ ਉੱਤਮ ਹੈ। ਭਰਮ ਦੂਰ ਕਰਨਾ। ਇੱਕ ਵਾਰੀ ਗੁਰਦੁਆਰਾ ਸਾਹਿਬ ਵਿਖੇ ਗਊ ਰੱਸੇ ਸਮੇਤ ਮਰ ਗਈ। ਸਵੇਰੇ ਪਿੰਡ ਨੇ ਇਕੱਠ ਕੀਤਾ ਤਾਂ ਲੋਕਾਂ ਨੇ ਕਿਹਾ ਕਿ ਜਿਸ ਸਿੰਘ ਨੇ ਗਊ ਬੰਨੀ ਸੀ ਉਹ ਸਿੰਘ ਗੰਗਾ ਤੇ ਇਸ਼ਨਾਨ ਕਰਕੇ ਆਵੇ, ਨਹੀਂ ਤਾਂ ਉਸ ਨੂੰ ਬਹੁਤ ਪਾਪ ਚੜ੍ਹੇਗਾ। ਇਹ ਸਾਰੀ ਵਾਰਤਾ ਸੰਗਤ ਨੇ ਜਾ ਕੇ ਸੰਤ ਜੀ ਮਹਾਰਾਜ ਨੂੰ ਸੁਣਾਈ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਗੰਗਾ ਤੇ ਜਾਣ ਦੀ ਲੋੜ ਨਹੀਂ, ਸ੍ਰੀ ਅਖੰਡ ਪਾਠ ਸਾਹਿਬ ਕਰਾ ਦਿਓ। ਉਸ ਸਿੰਘ ਨੂੰ ਤਾਂ ਪਾਪ ਕੀ ਲੱਗਣਾ ਹੈ, ਪਾਪ ਤਾਂ ਪਿੰਡ ਦੀ ਜੂਹ ਵਿੱਚ ਵੀ ਨਹੀਂ ਰਹਿਣਾ। ਸੰਤ ਜੀ ਮਹਾਰਾਜ ਦਾ ਬਚਨ ਮੰਨ ਕੇ ਸੰਗਤ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਅਤੇ ਲੋਕਾਂ ਦਾ ਭਰਮ ਦੂਰ ਕੀਤਾ। ਸਰੋਵਰ ਦੀ ਮਹਿਮਾ। ਜਿਸ ਵੇਲੇ ਸੰਤ ਜੀ ਮਹਾਰਾਜ ਗੁਰਸਾਗਰ ਸਾਹਿਬ ਮਸਤੂਆਣੇ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ, ਹਰ ਰੋਜ਼ ਆਲੇ ਦੁਆਲੇ ਦੇ ਨਗਰਾਂ ਦੀਆਂ ਬੇਅੰਤ ਸੰਗਤਾਂ ਹੁਮ ਹੁਮਾ ਕੇ ਸੇਵਾ ਵਿੱਚ ਹਾਜ਼ਰ ਹੁੰਦੀਆਂ ਸਨ। ਇੱਕ ਦਿਨ ਬਡਰੁੱਖਾ ਨਗਰ ਦੀ ਸੇਵਾ ਸੀ। ਸਵੇਰੇ ਹੀ ਨਗਰ ਦੇ ਮੁਖੀ ਸਿੰਘਾਂ ਨੇ ਸਾਰੇ ਨਗਰ ਵਿੱਚੋਂ ਦੁੱਧ ਇਕੱਠਾ ਕੀਤਾ। ਦੁੱਧ ਇਕੱਠਾ ਹੋ ਹੀ ਰਿਹਾ ਸੀ ਕਿ ਨਗਰ ਦਾ ਇੱਕ ਜ਼ਿਮੀਂਦਾਰ ਜਿਹੜਾ ਸਪੀਲ ਤੇ ਬੈਠਾ ਸੀ ਪੁੱਛਣ ਲੱਗਿਆ ਕਿ ਭਾਈ, ਇਹ ਦੁੱਧ ਦੀਆਂ ਬਾਲਟੀਆਂ ਕਿੱਧਰ ਚਲੀਆਂ ਹਨ? ਤਾਂ ਉਹਨਾਂ ਸਿੰਘਾਂ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਅੱਜ ਆਪਣੇ ਨਗਰ ਦੀ ਸੇਵਾ ਹੈ। ਇਹ ਸੁਣ ਕੇ ਜ਼ਿਮੀਂਦਾਰ ਬੋਲਿਆ ਕਿ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਆਪਣਾ ਟੋਭਾ ਪੁੱਟ ਲਵੋ, ਮਾਲ ਡੰਗਰ ਪਾਣੀ ਪੀ ਲੈਣਗੇ। ਜਿੱਥੇ ਜਾ ਰਹੇ ਹੋ ਉਹ ਵੀ ਟੋਭਾ ਹੀ ਹੈ, ਤੁਸੀਂ ਆਪਣੇ ਪਿੰਡ ਵਾਲਾ ਟੋਭਾ ਹੀ ਪੁੱਟ ਲਵੋ। ਇਹ ਸੁਣ ਕੇ ਸੇਵਾਦਾਰ ਸਿੰਘ ਨੇ ਸੋਚਿਆ ਕਿ ਇਸ ਨੂੰ ਇੱਕ ਦਿਨ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਜ਼ਰੂਰ ਲਿਜਾਣਾ ਚਾਹੀਦਾ ਹੈ ਤਾਂ ਕਿ ਇਸ ਦਾ ਭਲਾ ਹੋ ਜਾਵੇ। ਇਹ ਸੋਚ ਕੇ ਸਾਰੀ ਸੰਗਤ ਨੇ ਕਿਹਾ ਕਿ ਤੂੰ ਇੱਕ ਵਾਰੀ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਚੱਲ, ਫਿਰ ਭਾਵੇਂ ਸਾਡੇ ਕੋਲੋਂ 10 ਦਿਨ ਟੋਭਾ ਪਟਵਾ ਲਵੇਂ। ਇਹ ਸੁਣ ਕੇ ਸੰਗਤ ਦੀ ਬੇਨਤੀ ਮੰਨ ਕੇ ਉਹ ਪ੍ਰੇਮੀ ਸੰਤ ਜੀ ਮਹਾਰਾਜ ਕੋਲ ਜਾਣ ਲਈ ਸੰਗਤਾਂ ਦੇ ਨਾਲ ਤੁਰ ਪਿਆ, ਪਰ ਮਨ ਵਿੱਚ ਸ਼ਰਧਾ ਭਾਵਨਾ ਕੋਈ ਨਹੀਂ। ਜਦੋਂ ਸੰਗਤਾਂ ਸੰਤ ਜੀ ਮਹਾਰਾਜ ਦੇ ਕੋਲ ਪਹੁੰਚੀਆਂ ਤਾਂ ਨਮਸਕਾਰ ਕਰਕੇ ਸੰਗਤ ਅੱਗੇ ਲੰਘੀ। ਸੰਤ ਜੀ ਮਹਾਰਾਜ ਨੇ ਰੋਕ ਲਿਆ ਕਿ ਭਾਈ ਬੈਠੋ, ਕੋਈ ਵਿਚਾਰ ਕਰੀਏ। ਇਹ ਬਚਨ ਸੁਣ ਕੇ ਸਭਨਾਂ ਦੇ ਦਿਲਾਂ ਵਿੱਚ ਵਿਸ਼ਵਾਸ ਹੋ ਗਿਆ ਕਿ ਅੱਜ ਇਸ ਪ੍ਰੇਮੀ ਦਾ ਜ਼ਰੂਰ ਭਲਾ ਹੋਣਾ ਹੈ। ਸੰਗਤਾਂ ਦੇ ਬੈਠਦਿਆਂ ਹੀ ਸੰਤ ਜੀ ਮਹਾਰਾਜ ਨੇ ਸਾਖੀ ਸ਼ੁਰੂ ਕੀਤੀ ਕਿ ਭਾਈ, ਇੱਕ ਬਾਦਸ਼ਾਹ ਸ਼ਿਕਾਰ ਦਾ ਆਦੀ ਸੀ। ਉਸ ਦੇ ਹੱਥਾਂ ਤੇ ਕੁਸ਼ਟ ਕੋਹੜ ਸੀ। ਰਾਜਾ ਆਪਣੇ ਨਿਤ ਕਰਮ ਅਨੁਸਾਰ ਸ਼ਿਕਾਰ ਕਰਨ ਗਿਆ। ਅੱਗੇ ਸ਼ਿਕਾਰ ਨਿਕਲਿਆ ਜੋ ਭੱਜ ਕੇ ਜੰਗਲ ਵਿੱਚ ਇੱਕ ਗੁਪਤ ਤਲਾਬ ਦੇ ਕਿਨਾਰੇ ਚਲਿਆ ਗਿਆ। ਰਾਜਾ ਨੇ ਵੀ ਆਪਣਾ ਘੋੜਾ ਪਿੱਛੇ ਲਾਇਆ ਹੋਇਆ ਸੀ। ਤਲਾਬ ਦੇ ਕਿਨਾਰੇ ਜਾ ਕੇ ਰਾਜੇ ਨੇ ਜਿਉਂ ਤੀਰ ਛੱਡਿਆ, ਤੀਰ ਸ਼ਿਕਾਰ ਨੂੰ ਕਰਾਸ ਕਰਕੇ
ਭਾਵ ਪਾਰ ਕਰਕੇ ਤਲਾਬ ਦੀ ਚਿਕਨੀ ਮਿੱਟੀ ਵਿੱਚ ਜਾ ਖੁੱਭਿਆ। ਜਦੋਂ ਰਾਜੇ ਨੇ ਜਾ ਕੇ ਤੀਰ ਚੁੱਕਿਆ ਤਾਂ ਉਸ ਤੀਰ ਦੇ ਨਾਲ ਕਾਫੀ ਸਾਰੀ ਮਿੱਟੀ ਚਿੰਬੜੀ ਹੋਈ ਸੀ, ਜੋ ਚੀਕਣੀ ਹੋਣ ਕਰਕੇ ਨਾ ਲਹਿ ਸਕੀ। ਜਦੋਂ ਅੱਗੇ ਜਾ ਕੇ ਰਾਜੇ ਨੇ ਇਹ ਮਿੱਟੀ ਝਾੜੀ ਤਾਂ ਦੋਹਾਂ ਹੱਥਾਂ ਦਾ ਕੋਹੜ ਨਾਲ ਹੀ ਝੜ ਗਿਆ, ਹੱਥ ਪਵਿੱਤਰ ਹੋ ਗਏ। ਸੋ ਭਾਈ, ਇਹ ਸਰੋਵਰ ਹੈ, ਟੋਬਿਆਂ ਨਾਲ ਨਹੀਂ ਰਲਦਾ। ਤੁਸੀਂ ਤਾਂ ਟੋਕਰਿਆਂ ਦੇ ਟੋਕਰੇ ਮਿੱਟੀ ਭਰ ਭਰ ਕੱਢਦੇ ਹੋ, ਤੁਹਾਡੀਆਂ ਕੁੱਲਾਂ ਤਰ ਜਾਣਗੀਆਂ। ਇਹ ਸਾਖੀ ਸੁਣ ਕੇ ਉਹ ਪ੍ਰੇਮੀ ਖੜਾ ਹੋ ਗਿਆ ਅਤੇ ਹੱਥ ਜੋੜ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਿਆ, ਮਹਾਰਾਜ, ਮੈਂ ਪਾਪੀ ਨੇ ਇਹ ਗੱਲ ਕੀਤੀ ਸੀ, ਹੁਣ ਕਿਰਪਾ ਕਰਕੇ ਬਖਸ਼ ਲਓ ਅਤੇ ਕਿਸੇ ਬੰਨੇ ਲਾ ਦਿਓ। ਸੰਤ ਜੀ ਮਹਾਰਾਜ ਨੇ ਹੱਸ ਕੇ ਕਿਹਾ ਕਿ ਭਾਈ, ਤੂੰ ਤਾਂ ਬੰਨੇ ਲੱਗਿਆ ਹੀ ਹੈ, ਤੇਰੀਆਂ ਕੁੱਲਾਂ ਵੀ ਬੰਨੇ ਲੱਗਣਗੀਆਂ। ਇਸ ਦਿਨ ਦੇ ਮਗਰੋਂ ਇਸ ਪ੍ਰੇਮੀ ਨੇ ਸਾਰੀ ਜ਼ਿੰਦਗੀ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਹੀ ਬਿਤਾ ਦਿੱਤੀ। ਇੱਕ ਗਰੀਬ ਮਾਈ ਦੇ ਘਰ ਲੰਗਰ। ਇੱਕ ਮਾਈ ਨੇ ਸ੍ਰੀ ਸੰਤ ਜੀ ਮਹਾਰਾਜ ਨੂੰ ਭੋਜਨ ਦਾ ਨਿਮੰਤਰਣ ਕੀਤਾ, ਜੋ ਪ੍ਰਵਾਨ ਕੀਤਾ ਗਿਆ। ਕਿਸੇ ਹੋਰ ਪ੍ਰੇਮੀ ਨੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ, ਇਹ ਮਾਈ ਤਾਂ ਦਲਿੱਦਰਤਾ ਦਾ ਅਵਤਾਰ ਹੈ, ਇਸ ਦੇ ਘਰ ਵਿੱਚ ਅਤਿਅੰਤ ਕੰਗਾਲੀ ਹੈ, ਇਹ ਇੰਨੀ ਵੱਡੀ ਸੰਗਤ ਦੇ ਭੋਜਨ ਦਾ ਪ੍ਰਬੰਧ ਕਿਵੇਂ ਕਰੇਗੀ? ਸ੍ਰੀ ਸੰਤ ਜੀ ਮਹਾਰਾਜ ਨੇ ਫਰਮਾਇਆ, ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਬਸ ਪ੍ਰੇਮੀ ਦੀ ਸ਼ੰਕਾ ਦਾ ਸਮਾਧਾਨ ਹੋ ਗਿਆ। ਜਦੋਂ ਪਟਿਆਲਾ ਨਿਵਾਸੀ ਸੰਗਤ ਨੂੰ ਮਾਈ ਦੇ ਲੰਗਰ ਦੀ ਥਿੱਤ ਦਾ ਪਤਾ ਲੱਗਾ ਤਾਂ ਸੰਗਤ ਬੇਅੰਤ ਰਸਤ ਲੈ ਕੇ ਪੁੱਜ ਗਈ। ਮੈਦਾ, ਘਿਓ, ਦਾਲਾਂ, ਸਬਜ਼ੀਆਂ ਤੇ ਦੁੱਧ ਆਦਿ ਪਦਾਰਥਾਂ ਦੇ ਢੇਰ ਲੱਗ ਗਏ। 36 ਪ੍ਰਕਾਰ ਦੇ ਭੋਜਨ ਵਿਅੰਜਨ ਤਿਆਰ ਕੀਤੇ ਗਏ। ਸ੍ਰੀ ਸੰਤ ਜੀ ਮਹਾਰਾਜ ਸੰਗਤ ਸਮੇਤ ਮਾਈ ਦੇ ਘਰ ਪੁੱਜੇ। ਸੰਗਤ ਵੀ ਸੰਖਿਆ ਦੀ ਜ਼ਿਆਦਾ ਸੀ। ਸਮੂਹ ਸੰਗਤ ਪਟਿਆਲਾ ਨਿਵਾਸੀ, ਜਨ ਸਾਧਾਰਨ ਅਤੇ ਮੰਗਤੇ ਆਦਿਕ ਸਭ ਤ੍ਰਿਪਤ ਹੋ ਗਏ। ਪਟਿਆਲੇ ਵਿੱਚ ਅਤੁੱਟ ਵਰਤਣ ਵਾਲਾ ਲੰਗਰ ਮਾਈ ਦਾ ਹੀ ਰਿਹਾ। ਇੱਥੇ ਸ੍ਰੀ ਸੰਤ ਜੀ ਮਹਾਰਾਜ ਨੇ ਭਾਈ ਸੰਮਨ ਮੂਸਨ ਦੀ ਸਾਖੀ ਸੁਣਾਈ। ਪ੍ਰੇਮ, ਸ਼ਰਧਾ, ਵਿਸ਼ਵਾਸ, ਦ੍ਰਿੜਤਾ ਅਤੇ ਗੁਰਸਿੱਖਾਂ ਨੂੰ ਭਾਣੇ ਅੰਦਰ ਰਹਿਣ ਦਾ ਉਪਦੇਸ਼ ਦਿੱਤਾ। ਮਾਈ ਦੇ ਲੰਗਰ ਦੀ ਸਾਰੇ ਸ਼ਹਿਰ ਵਿੱਚ ਪ੍ਰਸਿੱਧੀ ਅਤੇ ਧੰਨ ਧੰਨ ਹੋ ਗਈ। ਮਲੇਰਕੋਟਲੇ ਵਿੱਚ ਗੁਰਮਤਿ ਪ੍ਰਚਾਰ। ਮਲੇਰਕੋਟਲੇ ਪਹੁੰਚਣ ਤੇ ਦਰਸ਼ਨ ਕਰਕੇ ਸੰਗਤ ਬਹੁਤ ਪ੍ਰਸੰਨ ਹੋਈ। ਸਵਾਗਤ ਵਿੱਚ ਸਤਿ ਸ੍ਰੀ ਅਕਾਲ ਦੇ 5 ਜੈਕਾਰੇ ਛੱਡੇ। ਇਸੇ ਦਿਨ ਹੀ ਸ਼ਹਿਰ ਵਿੱਚ ਜਲੂਸ ਕੱਢਣ ਦਾ ਪ੍ਰੋਗਰਾਮ ਬਣਿਆ ਹੋਇਆ ਸੀ। ਸ੍ਰੀ ਸੰਤ ਜੀ ਮਹਾਰਾਜ ਦੀ ਸਵਾਰੀ ਵਾਸਤੇ ਨਵਾਬ ਵੱਲੋਂ ਹਾਥੀ ਸੱਜ ਕੇ ਪੁੱਜ ਗਿਆ, ਜਿਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਕੀਤਾ ਗਿਆ। ਹਜ਼ੂਰੀ ਵਿੱਚ ਸ੍ਰੀ ਸੰਤ ਜੀ ਮਹਾਰਾਜ ਚਵਰ ਢਲਾਉਣ ਲੱਗੇ। ਇਲਾਕਾ ਨਿਵਾਸੀ ਪਿੰਡਾਂ ਦੇ ਸਿੰਘ ਉਤਸ਼ਾਹ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ। ਮਲੇਰਕੋਟਲੇ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਅਜਿਹੀ ਸ਼ਾਨਦਾਰ ਸ਼ੋਭਾ ਯਾਤਰਾ ਨਹੀਂ ਸੀ ਨਿਕਲੀ। ਮਲੇਰਕੋਟਲਾ ਨਿਵਾਸੀ ਦਰਸ਼ਨਨਾਥ ਬਾਜ਼ਾਰਾਂ ਵਿੱਚ ਅਤੇ ਮਕਾਨਾਂ ਦੀਆਂ ਛੱਤਾਂ ਉੱਤੇ ਸ਼ਰਧਾ ਤੇ ਸਤਿਕਾਰ ਨਾਲ ਖੜੇ ਸਨ। ਮੋਤੀ ਬਾਜ਼ਾਰ ਵਿੱਚ ਸ੍ਰੀ ਸੰਤ ਜੀ ਮਹਾਰਾਜ ਨੇ ਇਸ ਸ਼ਬਦ ਦਾ ਕੀਰਤਨ ਕੀਤਾ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਾਰੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਇਹ ਅਲੌਕਿਕ ਸ਼ੋਭਾ ਯਾਤਰਾ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਈ। ਕਪਾਹ ਦੀ ਮਿੱਲ ਵਿੱਚ ਸ੍ਰੀ ਸੰਤ ਜੀ ਮਹਾਰਾਜ
ਕਾਂਡ 57। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਇ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸੰਤ ਅਤਰ ਸਿੰਘ ਮਹਾਰਾਜ ਦੇ ਅਨੰਨ ਸੇਵਕ ਸੰਤ ਤੇਜਾ ਸਿੰਘ ਜੀ MA LLB ਪੰਜਾਬ, AM ਹਾਰਵਰਡ USA। ਇਹਨਾਂ ਦਾ ਪਹਿਲਾ ਨਾਮ ਨਿਰੰਜਨ ਸਿੰਘ ਮਹਿਤਾ ਸੀ ਅਤੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਤੋਂ ਅੰਮ੍ਰਿਤ ਛਕ ਕੇ ਤੇਜਾ ਸਿੰਘ ਪ੍ਰਗਟ ਹੋਏ। ਇਹਨਾਂ ਦਾ ਜਨਮ ਪਿੰਡ ਬੱਲੋਵਾਲੀ ਪਾਕਿਸਤਾਨ ਵਿਖੇ 14 ਮਈ 1877 ਈਸਵੀ ਨੂੰ ਮਾਤਾ ਰਾਮ ਕੌਰ ਅਤੇ ਪਿਤਾ ਮੈਡੀਕਲ ਡਾਕਟਰ ਰੁਲੀਆ ਸਿੰਘ ਦੇ ਘਰ ਹੋਇਆ, ਜਿਹੜੇ ਸੈਂਟਰਲ ਜੇਲ੍ਹ ਲਾਹੌਰ ਦੇ ਸਰਕਾਰੀ ਡਾਕਟਰ ਸਨ। ਸੰਤ ਤੇਜਾ ਸਿੰਘ ਜੀ ਨੇ ਪੰਜਾਬ ਯੂਨੀਵਰਸਿਟੀ ਦੀ MA LLB ਦੀ ਡਿਗਰੀ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦੀ ਸੇਵਾ ਸੰਭਾਲੀ। ਉਸ ਦੌਰਾਨ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੰਪਰਕ ਵਿੱਚ ਆਏ ਅਤੇ ਉਹਨਾਂ ਦੇ ਹੁਕਮ ਦੇ ਅਨੁਸਾਰ ਬਾਹਰਲੇ ਦੇਸ਼ਾਂ ਇੰਗਲੈਂਡ, USA ਅਤੇ ਕੈਨੇਡਾ ਵਿੱਚ ਸਿੱਖੀ ਦਾ ਅਟੁੱਟ ਪ੍ਰਚਾਰ ਕੀਤਾ। ਵਾਪਸ ਆਉਣ ਉਪਰੰਤ ਸੰਤ ਜੀ ਦੇ ਹੁਕਮ ਅਨੁਸਾਰ ਮਸਤੂਆਣਾ, ਗੁਜਰਾਂਵਾਲਾ ਕਾਲਜ, ਟੀਚਰਜ਼ ਕਾਲਜ ਬਨਾਰਸ ਅਤੇ ਹੋਰ ਕਈ ਸਕੂਲ ਕਾਲਜਾਂ ਦੀ ਸੇਵਾ ਕੀਤੀ। ਸੰਤ ਅਤਰ ਸਿੰਘ ਜੀ ਮਹਾਰਾਜ ਦੇ ਆਸ਼ੇ ਅਨੁਸਾਰ ਸਾਰੇ ਸੰਸਾਰ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਆਲ ਵਰਲਡ ਰਿਲੀਜੀਅਨ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਫਿਰ ਦੁਬਾਰਾ ਅਮਰੀਕਾ, ਕੈਨੇਡਾ, ਮਲਾਇਆ, ਸਿੰਗਾਪੁਰ ਅਤੇ ਅਫਰੀਕਾ ਦੇ ਦੇਸ਼ਾਂ ਵਿੱਚ ਪ੍ਰਚਾਰ ਕੀਤਾ ਅਤੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਿੰਦੇ ਹੋਏ 3 ਜੁਲਾਈ 1965 ਵਿੱਚ ਜੋਤੀ ਜੋਤ ਸਮਾ ਗਏ। ਇਹਨਾਂ ਦਾ ਜੀਵਨ ਇੱਕ ਪੂਰਨ ਗੁਰਸਿੱਖ ਦਾ ਆਦਰਸ਼ ਦਰਸਾਉਂਦਾ ਹੈ ਅਤੇ ਉਹਨਾਂ ਨੇ ਕਿਸ ਤਰ੍ਹਾਂ ਸੰਤ ਜੀ ਮਹਾਰਾਜ ਦੇ ਬਚਨ ਅਤੇ ਆਗਿਆ ਸੱਤ-ਸੱਤ ਕਰਕੇ ਮੰਨ ਕੇ ਗੁਰਸਿੱਖੀ ਦੇ ਪੌਦੇ ਨੂੰ ਸਿੰਚਿਆ ਹੈ ਅਤੇ ਅਖੀਰਲੀ ਉਮਰ ਵਿੱਚ ਗੁਰੂ ਨਾਨਕ ਦੀ ਬ੍ਰਹਮ ਵਿਦਿਆ ਦੀ ਯੂਨੀਵਰਸਿਟੀ, ਸੰਤ ਅਤਰ ਸਿੰਘ ਹਰੀ ਸਾਧੂ ਆਸ਼ਰਮ, ਗੁਰਦੁਆਰਾ ਬੜੂ ਸਾਹਿਬ, ਗੁਰਦੁਆਰਾ ਨਾਨਕਸਰ ਚੀਮਾ, ਜਨਮ ਸਥਾਨ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਕੀਤੀ। ਉਹਨਾਂ ਦਾ ਵਿਸਥਾਰ ਪੂਰਵਕ ਜੀਵਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਵਾਲਿਆਂ ਦੀ ਜੀਵਨ ਕਹਾਣੀ ਭਾਗ ਦੂਜਾ ਵਿੱਚ ਦਰਜ ਕੀਤਾ ਗਿਆ ਹੈ, ਜਿਸ ਨੂੰ ਪਾਠਕ ਪੜ੍ਹ ਕੇ ਗੁਰਸਿੱਖੀ ਦਾ ਜੀਵਨ ਅਪਣਾਉਣ ਦੀ ਪੂਰਨ ਜੁਗਤ ਸਿੱਖ ਸਕਦੇ ਹਨ। ਇਹਨਾਂ ਮਹਾਂਪੁਰਖਾਂ ਨੇ ਸੰਤ ਸੇਵਕ ਜਥਾ ਮਸਤੂਆਣੇ ਦੇ ਮੁਖੀ ਸੇਵਕ ਦੇ ਤੌਰ ਤੇ 1965 ਤੱਕ ਸੇਵਾ ਕੀਤੀ ਅਤੇ ਮਸਤੂਆਣੇ ਦੇ ਅਸਥਾਨ ਦੇ ਭਵਨ ਅਤੇ ਕੋਟ ਦੀ 4 ਦੀਵਾਰੀ ਦੀ ਉਸਾਰੀ ਕੀਤੀ। ਸੰਤ ਗੁਲਾਬ ਸਿੰਘ ਜੀ, ਇਹ ਮਹਾਂਪੁਰਖ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੰਪਰਕ ਵਿੱਚ ਆਏ ਅਤੇ ਆਪਣਾ ਸਾਰਾ ਜੀਵਨ ਉਹਨਾਂ ਦੇ ਅਨੰਨ ਸੇਵਕ ਬਣ ਕੇ ਉਹਨਾਂ ਦੇ ਆਸ਼ੇ ਅਨੁਸਾਰ ਖਾਲਸਾ ਪੰਥ ਦੀ ਸੇਵਾ ਵਿੱਚ ਲਾਇਆ। ਇਹਨਾਂ ਦਾ ਜਨਮ 1926 ਬਿਕਰਮੀ ਸੰਨ 1869 ਈਸਵੀ ਨੂੰ ਮਾਤਾ ਰਾਮ ਕੌਰ ਅਤੇ ਪਿਤਾ ਜੈ ਸਿੰਘ ਜੀ ਦੇ ਘਰ ਵਿੱਚ ਪਿੰਡ ਕਾਂਝਲੇ ਹੋਇਆ। ਛੋਟੀ ਉਮਰ ਤੋਂ ਵੈਰਾਗਮਈ ਬਿਰਤੀ ਹੋਣ ਕਰਕੇ ਸੰਤ ਜਗਤ ਸਿੰਘ ਜੀ ਕੋਲ ਮਸਤੂਆਣੇ ਦੇ ਝਿੜੇ ਵਿੱਚ ਸੇਵਾ ਵਿੱਚ ਰਹਿੰਦੇ ਅਤੇ ਅਕਾਲ ਪੁਰਖ ਦਾ ਸਿਮਰਨ ਕਰਦੇ। ਇਹਨਾਂ ਮਹਾਂਪੁਰਸ਼ਾਂ ਦਾ ਭਵਿੱਖਤ ਵਾਕ ਸੀ ਕਿ ਤੁਸੀਂ ਬਹੁਤ ਵੱਡੇ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਕਰਨੀ ਹੈ, ਜੋ ਇਸ ਮਸਤੂਆਣੇ ਦੇ ਜੰਗਲ ਵਿੱਚ ਨਿਵਾਜਣਗੇ। ਇਸੇ ਤਰ੍ਹਾਂ ਜਦੋਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਸਤੂਆਣੇ ਦੀ ਸੇਵਾ ਕੀਤੀ ਤਾਂ ਇਹ ਤਨ ਮਨ ਧਨ ਕਰਕੇ ਉਹਨਾਂ ਦੀ ਆਗਿਆ ਅਨੁਸਾਰ ਮਸਤੂਆਣੇ ਅਤੇ ਗੁਰੂ ਕੀ ਕਾਂਛੀ ਦਮਦਮਾ ਸਾਹਿਬ ਦੀ ਅਟੁੱਟ ਸੇਵਾ ਕੀਤੀ।
ਅਤੇ ਸੰਮਤ 1992 ਬਿਕਰਮੀ ਸਨ 1935 ਈਸਵੀ ਵਿੱਚ ਜੋਤੀ ਜੋਤ ਸਮਾ ਗਏ। ਇਹਨਾਂ ਦੇ ਜੀਵਨ ਦੀਆਂ ਸੇਵਾਵਾਂ ਦੀਆਂ ਸਾਖੀਆਂ ਇਸ ਪੁਸਤਕ ਵਿੱਚ ਕਈ ਜਗ੍ਹਾ ਦੱਸੀਆਂ ਗਈਆਂ ਹਨ। ਸੰਤ ਬਿਸ਼ਨ ਸਿੰਘ ਜੀ ਕਾਂਝਲੇ ਵਾਲੇ, ਇਹ ਮਹਾਂਪੁਰਸ਼ ਵੀ ਸੰਤ ਜਗਤ ਸਿੰਘ ਕੋਲ ਮਸਤੂਆਣੇ ਦੇ ਜੰਗਲ ਵਿੱਚ ਸੇਵਾ ਤੇ ਸਿਮਰਨ ਕਰਦੇ ਅਤੇ ਇਹਨਾਂ ਮਹਾਂਪੁਰਸ਼ਾਂ ਦੇ ਭਵਿੱਖਤ ਵਾਕ ਕਰਕੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਇਸ ਪਵਿੱਤਰ ਸਥਾਨ ਤੇ ਲੱਗੇ। ਇਹਨਾਂ ਦਾ ਜਨਮ ਸੰਮਤ 1918 ਬਿਕਰਮੀ ਸਨ 1861 ਈਸਵੀ ਨੂੰ ਭਾਈ ਅਤਰ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਕਾਂਝਲੇ ਵਿਖੇ ਹੋਇਆ। ਇਹਨਾਂ ਨੇ ਫੌਜ ਵਿੱਚ ਵੀ ਕੁਝ ਸਮਾਂ ਨੌਕਰੀ ਕੀਤੀ ਅਤੇ ਫਿਰ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਇਹ ਮਹਾਂਪੁਰਸ਼ ਸੰਤ ਗੁਲਾਬ ਸਿੰਘ ਜੀ ਪਿੱਛੋਂ ਸੰਤ ਸੇਵਕ ਜਥਾ ਮਸਤੂਆਣੇ ਵਾਲਿਆਂ ਦੇ ਮੁਖੀ ਸੇਵਕ ਬਣ ਕੇ ਸੇਵਾ ਕਰਦੇ ਹੋਏ ਸੰਮਤ 2002 ਬਿਕਰਮੀ ਸਨ 1949 ਈਸਵੀ ਵਿੱਚ ਬਾਲੇਵਾਲ ਚਲਾਣਾ ਕਰ ਗਏ। ਸੰਤ ਕਿਸ਼ਨ ਸਿੰਘ ਜੀ, ਇਹਨਾਂ ਮਹਾਂਪੁਰਸ਼ਾਂ ਦਾ ਜਨਮ ਪਿੰਡ ਬਹਾਦਰਪੁਰ ਵਿੱਚ ਹੋਇਆ। ਆਪ ਛੋਟੀ ਉਮਰ ਵਿੱਚ ਹੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੰਪਰਕ ਵਿੱਚ ਆਏ ਅਤੇ ਸਾਰੀ ਉਮਰ ਨਾਮ ਬਾਣੀ ਨਾਲ ਲੱਗ ਕੇ ਗੁਰੂ ਪੰਥ ਦੀ ਸੇਵਾ ਕਰਦੇ ਰਹੇ। ਸੰਤ ਅਤਰ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ ਪਿੱਛੋਂ ਮਸਤੂਆਣੇ ਸਾਹਿਬ ਵਿਖੇ ਖੇਤੀਬਾੜੀ ਦਾ ਪਹਿਰਾ ਸੰਭਾਲਦੇ ਰਹੇ ਅਤੇ ਸੰਤ ਬਿਸ਼ਨ ਸਿੰਘ ਜੀ ਪਿੱਛੋਂ ਸੰਤ ਸੇਵਕ ਜਥਾ ਮਸਤੂਆਣੇ ਵਾਲੇ ਦੇ ਮੁਖੀ ਸੇਵਕ ਦੀ ਹੈਸੀਅਤ ਵਿੱਚ ਸੇਵਾ ਕਰਕੇ 17 ਜੂਨ 1962 ਨੂੰ ਅਕਾਲ ਚਲਾਣਾ ਕਰ ਗਏ। ਸੰਤ ਸੁੱਚਾ ਸਿੰਘ ਜੀ, ਇਹਨਾਂ ਮਹਾਂਪੁਰਸ਼ਾਂ ਦੇ ਜੀਵਨ ਦਾ ਵੇਰਵਾ ਤੇ ਸਾਖੀਆਂ ਕਾਂਡ 54 ਵਿੱਚ ਦਰਜ ਕੀਤੀਆਂ ਗਈਆਂ ਹਨ। ਸੰਤ ਰਣਜੀਤ ਸਿੰਘ ਜੀ, ਇਹਨਾਂ ਮਹਾਂਪੁਰਸ਼ਾਂ ਦਾ ਜਨਮ ਪਿੰਡ ਲੰਡਾ ਬੁਹਾਨੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਜਵਾਨ ਅਵਸਥਾ ਵਿੱਚ ਇਹ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਆਏ ਅਤੇ ਆਪਣਾ ਜੀਵਨ ਨਾਮ ਬਾਣੀ ਦੀ ਸੇਵਾ ਵਿੱਚ ਲਾਇਆ। ਇਹਨਾਂ ਮਹਾਂਪੁਰਸ਼ਾਂ ਨੇ ਮਸਤੂਆਣੇ ਸਾਹਿਬ, ਦਮਦਮੇ ਸਾਹਿਬ ਅਤੇ ਮੱਲੂਵਾਲ ਗੁਰਦੁਆਰਿਆਂ ਦੀ ਟੁੱਟ ਸੇਵਾ ਕੀਤੀ। ਇਹ ਮਸਤੂਆਣਾ ਸੰਤ ਸੇਵਕ ਜਥੇ ਦੇ 1966 ਤੋਂ ਲੈ ਕੇ 1985 ਈਸਵੀ ਤੱਕ ਮੁਖੀ ਸੇਵਾਦਾਰ ਰਹੇ ਅਤੇ ਸੇਵਾ ਕਰਦੇ ਹੋਏ ਦਸੰਬਰ 1985 ਵਿੱਚ ਅਕਾਲ ਚਲਾਣਾ ਕਰ ਗਏ। ਸੰਤ ਬਾਬਾ ਹਰਨਾਮ ਸਿੰਘ ਜੀ, ਇਹਨਾਂ ਮਹਾਂਪੁਰਸ਼ਾਂ ਦਾ ਜਨਮ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਵਿਖੇ 1904 ਈਸਵੀ ਵਿੱਚ ਮਾਤਾ ਜੀਵਨ ਕੌਰ ਅਤੇ ਪਿਤਾ ਖੇਮ ਸਿੰਘ ਜੀ ਦੇ ਘਰ ਹੋਇਆ। ਛੋਟੀ ਉਮਰ ਵਿੱਚ ਮਸਤੂਆਣੇ 8ਵੀਂ ਜਮਾਤ ਤੱਕ ਵਿੱਦਿਆ ਪ੍ਰਾਪਤ ਕੀਤੀ ਅਤੇ ਫਿਰ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ 5 ਸਾਲ ਬਤੀਤ ਕੀਤੇ। ਇਸ ਉਪਰੰਤ ਮਸਤੂਆਣੇ ਸਾਹਿਬ ਅਤੇ ਦਮਦਮਾ ਸਾਹਿਬ ਸਥਾਨਾਂ ਦੀ ਸੇਵਾ ਕੀਤੀ ਅਤੇ ਪਿੰਡ ਸਾਰੋਂ ਵਿਖੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਬਣੇ ਸਥਾਨਾਂ ਦੀ ਸੇਵਾ ਕਰਵਾਈ। ਇਹ 1985 ਤੋਂ ਸੰਤ ਸੇਵਕ ਜਥਾ ਮਸਤੂਆਣਾ ਦੇ ਮੁਖੀ ਸੇਵਾਦਾਰ ਦੀ ਹੈਸੀਅਤ ਵਿੱਚ ਸੇਵਾ ਨਿਭਾਉਂਦੇ ਹੋਏ ਚੜ੍ਹਾਈ ਕਰ ਗਏ। ਸੰਤ ਬਚਨ ਸਿੰਘ ਜੀ, ਆਪ ਜੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਗੁਰਦੁਆਰਾ ਮਸਤੂਆਣਾ ਸਥਾਨ ਦੀ ਬੜੀ ਨਿਮਰਤਾ ਤੇ ਪ੍ਰੇਮ ਸਹਿਤ ਸੇਵਾ ਕੀਤੀ। ਇਹ ਮਹਾਂਪੁਰਸ਼ ਸੰਤ ਸੇਵਕ ਜਥਾ ਮਸਤੂਆਣੇ ਦੇ ਮੁਖੀ ਸੇਵਕ ਦੇ ਤੌਰ ਤੇ ਸੇਵਾ ਕਰਦੇ ਹੋਏ ਸਨ 1991 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ। ਸੰਤ ਨਾਹਰ ਸਿੰਘ ਜੀ, ਇਹਨਾਂ ਮਹਾਂਪੁਰਸ਼ਾਂ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਸਥਾਨ ਦੀ ਬੜੀ ਲਗਨ ਅਤੇ ਸ਼ਰਧਾ ਨਾਲ ਸੇਵਾ ਨਿਭਾਈ। ਸੰਤ ਨਰਿੰਜਨ ਸਿੰਘ ਜੀ ਅਜੀਤਸਰ ਵਾਲੇ, ਸੰਤ ਨਰਿੰਜਨ ਸਿੰਘ ਜੀ ਦਾ ਜਨਮ 1895 ਈਸਵੀ ਵਿੱਚ ਸਰਦਾਰ ਉਤਮ ਸਿੰਘ ਜੀ ਦੇ ਘਰ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਆਪਨੇ ਮੈਟ੍ਰਿਕ ਤੱਕ ਵਿੱਦਿਆ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਪਿੱਛੋਂ ਜੂਨ 1913 ਤੋਂ 1919 ਤੱਕ ਫੌਜ ਵਿੱਚ ਬਤੌਰ ਕਲਰਕ ਦੀ ਨੌਕਰੀ ਕੀਤੀ ਤੇ 1919 ਵਿੱਚ ਨਾਵਾਂ ਕਟਵਾ ਲਿਆ। ਇਸ ਪਿੱਛੋਂ ਆਪ ਸੰਤ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ ਸੰਗਤ ਵਿੱਚ ਆਏ ਅਤੇ ਭੋਰੇ ਵਿੱਚ ਬੈਠ ਕੇ 1 ਸਾਲ ਤਪੱਸਿਆ ਕੀਤੀ। ਇਸ ਪਿੱਛੋਂ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੰਗਤ ਵਿੱਚ ਹਾਜ਼ਰ ਹੋਏ ਅਤੇ 9 ਸਾਲ ਲੰਗਰ ਦੀ ਸੇਵਾ ਤੇ ਅਕਾਲ ਕਾਲਜ ਮਸਤੂਆਣੇ ਦੀ ਬਤੌਰ ਜਨਰਲ ਸੈਕਟਰੀ ਦੀ ਸੇਵਾ ਕੀਤੀ।
1928 ਤੋਂ 1947 ਤੱਕ ਬਾਰ ਵਿੱਚ ਰਹਿ ਕੇ ਅਜੀਤਸਰ, ਮਿੰਟਗੁਮਰੀ ਵਿਖੇ ਗੁਰਦੁਆਰਾ, ਹਾਈ ਸਕੂਲ, ਡਿਸਪੈਂਸਰੀ, ਸਰੋਵਰ ਤੇ ਲੰਗਰ ਦੀ ਸੇਵਾ ਕੀਤੀ। 1947 ਵਿੱਚ ਦੇਸ਼ ਦੀ ਵੰਡ ਸਮੇਂ 3.5 ਲੱਖ ਦਾ ਕਾਫਲਾ ਬਿਨਾਂ ਮਿਲਟਰੀ ਦੀ ਸਹਾਇਤਾ ਤੋਂ ਭਾਰਤ ਵਿੱਚ ਲੈ ਕੇ ਆਏ। ਕਿਸੇ ਪਾਕਿਸਤਾਨੀ ਨੇ ਵੀ ਇਹਨਾਂ ਨਾਲ ਟੱਕਰ ਲੈਣ ਦੀ ਜੁਰਤ ਨਾ ਕੀਤੀ। ਭਾਰਤ ਵਿੱਚ ਆ ਕੇ ਬੱਚੇ ਬੱਚੀਆਂ ਦੇ 8 ਹਾਈ ਸਕੂਲ ਅਤੇ ਮਸਤੂਆਣੇ ਵਿਖੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਲਾਏ ਵਿਦਿਅਕ ਬੂਟੇ ਨੂੰ ਪ੍ਰਫੁੱਲਤ ਕਰਕੇ ਐਗਰੀਕਲਚਰ ਕਾਲਜ ਜਾਰੀ ਕੀਤਾ। ਆਪ ਅਕਾਲ ਕਾਲਜ ਦੀ ਕੌਂਸਲ ਦੇ ਪ੍ਰਧਾਨ ਵੀ ਰਹੇ। ਉਪਰੋਕਤ ਸਭ ਸੇਵਾਵਾਂ ਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਭਲੀ ਭਾਂਤ ਨਿਭਾ ਕੇ ਆਪ 10 ਜੁਲਾਈ 1966 ਨੂੰ ਅਕਾਲ ਚਲਾਣਾ ਕਰ ਗਏ। ਸੰਤ ਤੀਰਥ ਸਿੰਘ ਜੀ। ਇਹਨਾਂ ਮਹਾਂਪੁਰਸ਼ਾਂ ਦਾ ਜਨਮ ਪਿੰਡ ਲੋਹਾ ਖੇੜਾ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਸੰਤ ਜੀ ਮਹਾਰਾਜ ਦੇ ਚਰਨਾਂ ਦੀ ਸੇਵਾ ਵਿੱਚ ਕਾਂਡ 58ਵਾਂ। ਆਸਾ ਮਹੱਲਾ ਚੌਥਾ। ਜਿਨ ਮਸਤਕ ਧੁਰ ਹਰਿ ਲਿਖਿਆ, ਤਿਨਾ ਸਤਿਗੁਰ ਮਿਲਿਆ RAM ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋ, ਫਿਰ ਬਹੁੜ ਨ ਚੱਲਿਆ। ਜਨ ਨਾਨਕ ਨਾਮ ਆਰਾਧਿਆ, ਆਰਾਧ ਹਰਿ ਮਿਲਿਆ। ਸੰਤ ਜੀ ਮਹਾਰਾਜ ਦੇ ਨਾਉ ਵਾਲੇ 3 ਸਮਕਾਲੀ ਸੰਤ। ਸੰਤ ਜੀ ਮਹਾਰਾਜ ਦੇ ਸਮੇਂ 3 ਹੋਰ ਸੰਤ ਅਤਰ ਸਿੰਘ ਦੇ ਨਾਉ ਵਾਲੇ ਵੀ ਹੋਏ ਹਨ। ਇਹਨਾਂ ਬਾਰੇ ਸੰਖੇਪ ਵੇਰਵਾ ਇਸ ਪ੍ਰਕਾਰ ਹੈ। ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ। ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਜਨਮ ਮਾਰਚ 1867 ਈਸਵੀ ਮੁਤਾਬਕ ਸੰਮਤ 1924 ਬਿਕਰਮੀ ਚੇਤਰ ਦੇ ਮਹੀਨੇ ਪੂਰਨਮਾਸ਼ੀ ਦੀ ਰਾਤ ਅੰਮ੍ਰਿਤ ਵੇਲੇ ਪਿਤਾ ਭਾਈ ਲਾਲ ਸਿੰਘ ਜੀ ਦੇ ਘਰ ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਹੋਇਆ। ਆਪ ਬਚਪਨ ਤੋਂ ਹੀ ਸੰਤ ਸੁਭਾਅ ਵਾਲੇ ਸਨ। ਵੱਡੇ ਹੋ ਕੇ ਆਪ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਰਹਿੰਦਿਆਂ ਆਪ ਦਾ ਮਿਲਾਪ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨਾਲ ਹੋ ਗਿਆ। ਆਪ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਅਤੇ ਨਾਮ ਅਭਿਆਸ ਵਿੱਚ ਜੁਟ ਗਏ। ਪਹਾੜੀ ਤੇ ਬੈਠ ਕੇ ਆਪ ਨੇ ਭਾਰੀ ਤਪੱਸਿਆ ਕੀਤੀ ਅਤੇ ਫਿਰ ਇਲਾਹੀ ਹੁਕਮ ਮੰਨ ਕੇ ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ 10ਵੀਂ ਦੀ ਸੇਵਾ ਆਰੰਭ ਕੀਤੀ ਅਤੇ ਦਿਨ ਰਾਤ ਲੰਗਰ ਦੀ ਅਟੁੱਟ ਸੇਵਾ ਚਲਾਈ। ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਅਤੇ ਸੰਤ ਈਸ਼ਰ ਸਿੰਘ ਜੀ ਰਾੜੇ ਵਾਲੇ ਆਪ ਜੀ ਦੇ ਸੇਵਕ ਸਨ। ਸੰਤ ਅਤਰ ਸਿੰਘ ਜੀ ਘੁਣਸਾਂ ਵਾਲੇ। ਸੰਤ ਅਤਰ ਸਿੰਘ ਜੀ ਮਹਾਰਾਜ ਘੁਣਸਾਂ ਵਾਲਿਆਂ ਦਾ ਜਨਮ 1903 ਬਿਕਰਮੀ ਮੁਤਾਬਕ ਸਨ 1846 ਈਸਵੀ ਸਵੇਰੇ 6 ਵਜੇ ਮਾਤਾ ਕਰਮ ਕੌਰ ਜੀ ਦੇ ਕੁੱਖੋਂ ਪਿਤਾ ਦਲੇਰ ਸਿੰਘ ਜੀ ਦੇ ਘਰ ਪਿੰਡ ਸੇਮਾ ਬਾਹੀਆ ਵਿਖੇ ਹੋਇਆ। ਆਪ ਨੇ ਵਿਦਿਆ ਭਾਈ ਕੇ ਦਿਆਲਪੁਰੇ ਪ੍ਰਾਪਤ ਕੀਤੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ। ਦਿਆਲਪੁਰੇ ਤੋਂ ਘੁਣਸਾਂ ਦੀ ਪੰਚਾਇਤ ਬੇਨਤੀ ਕਰਕੇ ਆਪ ਜੀ ਨੂੰ ਪਿੰਡ ਘੁਣਸਾਂ ਲੈ ਗਈ। ਪਿੰਡ ਦੇ ਛਿਪ ਦੇ ਲਹਿੰਦੇ ਪਾਸੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ, ਇੱਥੇ ਕਦੀ ਦਰਿਆ ਵਗਦਾ ਸੀ। ਗੁਰੂ ਤੇਗ ਬਹਾਦਰ ਜੀ ਨੇ ਵੀ ਇਸੇ ਦਰਿਆ ਦੇ ਕਿਨਾਰੇ ਸਿਮਰਨ ਕੀਤਾ ਸੀ
ਆਪ ਜੀ ਨੇ ਵੀ ਇੱਥੇ ਭਾਰੀ ਤਪੱਸਿਆ ਕੀਤੀ। ਜਿੱਥੇ ਆਪ ਵਿਦਾਂਤ ਦੇ ਪੰਡਤ ਸਨ, ਉੱਥੇ ਵੈਦਿਕ ਵਿਦਿਆ ਵਿੱਚ ਵੀ ਪ੍ਰਬੀਣ ਸਨ। ਇਸ ਕਰਕੇ ਆਪ ਵੈਦ ਵੀ ਕਮਾਲ ਦੇ ਸਨ। ਆਪ ਜੀ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖੀ ਦਾ ਭਾਰੀ ਪ੍ਰਚਾਰ ਕੀਤਾ। ਆਪ 29 ਅੱਸੂ 1985 ਬਿਕਰਮੀ ਮੁਤਾਬਕ 19 ਅਕਤੂਬਰ 1927 ਈਸਵੀ ਨੂੰ ਸੱਚਖੰਡ ਜਾ ਬਿਰਾਜੇ। ਸੰਤ ਅਤਰ ਸਿੰਘ ਜੀ ਅਤਲੇ ਵਾਲੇ। ਸੰਤ ਅਤਰ ਸਿੰਘ ਜੀ ਅਤਲੇ ਵਾਲਿਆਂ ਦਾ ਜਨਮ ਸੰਮਤ 1922 ਬਿਕਰਮੀ ਸਨ 1865 ਈਸਵੀ ਵਿੱਚ ਪਿੰਡ ਮੀਰਪੁਰ ਰਿਆਸਤ ਕਸ਼ਮੀਰ ਵਿੱਚ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਹਰੀ ਸਿੰਘ ਸੀ। ਕੁਝ ਸਮਾਂ ਆਪਣੀ ਸਰਕਾਰੀ ਨੌਕਰੀ ਵੀ ਕੀਤੀ। ਫੌਜੀ ਨੌਕਰੀ ਦੌਰਾਨ ਆਪ ਦਾ ਮਿਲਾਪ ਕਿਸੇ ਮਹਾਂਪੁਰਸ਼ ਨਾਲ ਹੋ ਗਿਆ।